मगर ਜਿਹੜੇ ਸ਼ਰਾਰਤੀ ਅਨਸਰ ਸੀ, ਦੀਪ ਸਿੱਧੂ ਹੋ ਗਿਆ ਜਾਂ ਹੋਰ ਬਾਕੀ ਹੋ ਗਏ ਬੰਦੇ, ਜਦੋਂ ਉਹ ਨਿਸ਼ਾਨ ਸਾਹਿਬ ਦੀਆਂ ਝਾਕੀਆਂ ਤੁਸੀਂ ਦੇਖ ਸਕਦੇ ਹੋ, ਗੁਰਦੁਆਰਿਆਂ 'ਚ ਜਾ ਕੇ ਨਤਮਸਤਕ ਹੋ ਸਕਦੇ ਹੋ, ਫਿਰ ਉਹ ਨਿਸ਼ਾਨ ਸਾਹਿਬ ਖਾਲਿਸਤਾਨੀ ਨਿਸ਼ਾਨ ਸਾਹਿਬ, ਉਹ ਖਾਲਿਸਤਾਨੀ ਝੰਡਾ ਕਿੱਦਾਂ ਹੋ ਗਿਆ। ਤੇ ਭਾਰਤ ਸਰਕਾਰ ਇਹ ਸਿੱਖ ਔਰ ਹਿੰਦੂਆਂ ਦੀ ਜਿਹੜੀ ਆਪਸੀ ਪਿਆਰ ਆ, ਭਾਈਚਾਰਾ ਆ, ਉਹਨੂੰ ਹੁਣ ਕ੍ਰਸ਼ ਕਰਨਾ ਚਾਹੁੰਦੇ ਆ ਔਰ ਇਹ ਦੰਗੇ ਭੜਕਾਉਣਾ ਚਾਹੁੰਦੇ। ਇਹਦਾ ਮਤਲਬ ਭਾਰਤ ਸਰਕਾਰ ਜਿਹੜੀ ਬੌਂਦਲ ਚੁੱਕੀ ਆ, ਉਹਨੂੰ ਕੋਈ ਸਮਝ ਨਹੀਂ ਆ ਰਿਹਾ। ਜੇ ਨਿਸ਼ਾਨ ਸਾਹਿਬ ਲਹਿਰਾਇਆ ਦੀਪ ਸਿੱਧੂ ਨੇ ਜਾਂ ਬਾਕੀ ਬੰਦਿਆਂ ਨੇ, ਪਰਚੇ ਉਹਨਾਂ 'ਤੇ ਹੋਣ। ਜਿਹੜੇ ਬੰਦੇ ਉਸ ਰੋਡ 'ਤੇ ਗਏ ਨਹੀਂ, ਜਿਹੜੇ ਲਾਲ ਕਿਲ੍ਹੇ 'ਤੇ ਨਹੀਂ ਗਏ, ਉਹ ਕਿਸਾਨ ਜਥੇਬੰਦੀਆਂ 'ਤੇ ਅਣਗਿਣਤ ਧਾਰਾਵਾਂ ਲਾ ਕੇ IPC ਦੇ ਅਧੀਨ ਉਹਨਾਂ ਦੇ ਉੱਤੇ ਪਰਚੇ ਦੇ ਦਿੱਤੇ ਗਏ। ਜਿਹਦੇ ਵਿੱਚ ਉੱਥੇ ਦੇ ਦਿੱਲੀ ਦੇ ਲੋਕ ਆ ਕੇ ਕਿਸਾਨਾਂ ਦੇ ਨਾਲ ਸਾਥ ਦੇ ਰਹੇ ਆ। ਕੋਈ ਉੱਥੇ ਦੀਆਂ ਲੇਡੀਜ਼ ਆ ਰਹੀਆਂ, ਕੋਈ ਉਹਨਾਂ ਦਾ ਲੰਗਰ ਪਕਵਾ ਰਹੀਆਂ। ਜਿਹੜੇ ਤਿਰੰਗਾ ਲੈ ਕੇ ਆਏ, ਤਿਰੰਗੇ का अपमान नहीं सहेगा हिंदुस्तान। ਇਹ ਅੱਜ ਲੜਾਈ ਕਿਸ ਗੱਲ ਦੀ ਆ? ਲੜਾਈ ਹੈ ਹਿੰਦੁਸਤਾਨ ਔਰ ਭਾਰਤ ਦੀ। ਔਰ ਹਿੰਦੁਸਤਾਨ ਔਰ ਭਾਰਤ ਕਿਸ ਤਰੀਕੇ ਤਾਂ ਹਿੰਦੁਸਤਾਨ 'ਚ ਜਾਣਾ ਹੈ ਨਾ, ਉੱਥੇ ਜਾ ਕੇ ਮਰਨ ਜਿੱਥੇ ਜਾਣਾ ਉਹਨਾਂ ਨੇ, ਫਿਰ ਉਹ ਭਾਰਤ ਦੇ ਵਿੱਚ ਆ ਕੇ ਦੰਗੇ ਕਿਉਂ ਕਰ ਰਹੇ? ਮਗਰ ਕਿਸੇ ਕਿਸਾਨ ਨੇ ਉਹਨਾਂ ਦੇ ਉੱਤੇ ਹੱਥ ਨਹੀਂ ਚੁੱਕਿਆ। ਔਰ ਜੇ ਚੁੱਕਣਾ ਹੁੰਦਾ ਤੇ ਨਿਹੰਗ ਸਿੰਘ ਜਥੇਬੰਦੀਆਂ ਬੈਠੀਆਂ, ਜੇ ਉਹ ਹੱਥ ਚੱਕ ਦਿੰਦੇ ਅੱਜ ਦੰਗੇ ਹੋ ਜਾਣੇ ਸੀ। ਉਸ ਤੋਂ ਬਾਅਦ ਰਾਤ ਨੂੰ ਸਾਰੇ ਕਿਸਾਨ ਆ ਗਏ ਤੇ ਸਵੇਰੇ ਪੁਲਿਸ ਦੌੜ ਗਈ ਉੱਥੋਂ। ਰਕੇਸ਼ ਟਕੈਤ ਨੂੰ ਫੜਨ ਵਾਸਤੇ ਪੁਲਿਸ ਗਈ ਸੀ ਕਿ ਉਹਦੀ ਅਰੈਸਟ ਪਾਉਣੀ ਆ ਤੇ ਇਹ ਇੱਥੋਂ ਧਰਨਾ ਚੁਕਾਉਣਾ। ਭਾਰਤ ਦੀ ਜਨਤਾ ਨੂੰ ਇੰਨੀ ਗੱਲ ਹੀ ਨਹੀਂ ਪਤਾ ਕਿ ਲਾਲ ਕਿਲ੍ਹਾ ਨਰਿੰਦਰ ਮੋਦੀ ਨੇ ਇਹ ਡਾਲਮੀਆਂ ਔਰ ਬਿਰਲੇ ਨੂੰ, ਇਹਨਾਂ ਦੋਨਾਂ ਨੂੰ ਵੇਚਿਆ ਆ। ਹੁਣ ਦੰਗਿਆਂ ਤੇ ਉਤਰੇ ਆਏ। ਹੁਣ ਕਿਉਂਕਿ ਪਾਵਰ ਹੈ ਉਹਨਾਂ ਦੇ ਕੋਲ, ਪੈਰਾਮਿਲਟਰੀ ਫੋਰਸ ਉਹਨਾਂ ਕੋਲ, CRPF ਉਹਨਾਂ ਕੋਲ, ਦਿੱਲੀ ਪੁਲਿਸ ਉਹਨਾਂ ਕੋਲ, ਫਿਰ ਮਿਲਟਰੀ ਉਹਨਾਂ ਕੋਲ। ਕਿਹੜਾ ਡਿਪਾਰਟਮੈਂਟ ਹੈ ਜਿਹੜਾ ਨਹੀਂ? ਸੁਪਰੀਮ ਕੋਰਟ ਨੇ ਵੀ ਕਿਹਾ ਕਿ ਇਹ ਆਰਾਮ ਨਾਲ ਬੈਠੇ ਆ ਤੇ ਇਹਨਾਂ ਨੂੰ ਅਸੀਂ ਕੁਝ ਕਹਿ ਨਹੀਂ ਸਕਦੇ। ਉਸ ਆਰਾਮ ਨੂੰ ਭੰਗ ਕਰਨ ਵਾਸਤੇ ਇਹਨਾਂ ਨੇ ਸ਼ਰਾਰਤੀ ਅਨਸਰ ਭੇਜਿਆ ਤਾਂ ਜੋ ਕਿ ਸੁਪਰੀਮ ਕੋਰਟ 'ਚ ਸਰਕਾਰੀ ਵਕੀਲ ਕਹਿ ਸਕੇ ਕਿ ਦੇਖ ਲਓ ਜੀ, ਇਹਨਾਂ ਨੇ ਤਾਂ ਉੱਥੇ ਨਿਸ਼ਾਨ ਸਾਹਿਬ, ਜਿਹੜਾ ਉਹ ਨਿਸ਼ਾਨ ਸਾਹਿਬ ਤਾਂ ਇਹ ਕਹਿੰਦੇ ਨਹੀਂ, ਖਾਲਿਸਤਾਨੀ ਝੰਡਾ ਕਹਿੰਦੇ ਉਹਨੂੰ, ਇਹ ਵੀ ਇਹਨਾਂ ਨੇ ਉੱਥੇ ਝੰਡਾ ਲਹਿਰਾਇਆ। ਉਸ ਤੋਂ ਬਾਅਦ 'ਚ ਹੁਣ ਆ ਦੰਗੇ ਭੜਕਾ ਰਹੇ। ਮਗਰ ਸੈਂਟਰ ਗੌਰਮੈਂਟ ਨੂੰ ਚਾਹੀਦਾ ਕਿ ਪੂਰੇ ਦੇਸ਼ ਦੇ ਕਿਸਾਨਾਂ ਵਿੱਚ ਅੱਗ ਨਾ ਬਾਲੀ ਜਾਵੇ। ਛੱਬੀ ਜਨਵਰੀ ਟਰੈਕਟਰ ਪਰੇਡ ਤੋਂ ਬਾਅਦ ਅੱਜ ਤੱਕ ਦਾ ਮਾਹੌਲ ਜੋ ਕਿਸਾਨੀ ਅੰਦੋਲਨ ਦਾ ਆ, ਉਹ ਤੁਹਾਡੇ ਸਾਰਿਆਂ ਦੇ ਸਾਹਮਣੇ ਆ ਕਿ ਕੀ ਇਸ ਅੰਦੋਲਨ ਦਾ ਜੋ ਰੁਖ ਕਿਸ ਤਰਫ ਨੂੰ ਜਾ ਰਿਹਾ ਆ। ਸ਼ਾਂਤਮਈ ਅੰਦੋਲਨ ਕਿਸ ਤਰੀਕੇ 26 ਤਰੀਕ ਤੋਂ ਬਾਅਦ ਦਿਨੋਂ ਦਿਨ ਦੇਖ ਰਹੇ ਹਾਂ ਕਿ ਉਹ ਅੰਦੋਲਨ ਜਿਹੜਾ ਆ, ਉੱਥੇ ਕੋਈ ਨਾ ਕੋਈ ਕਿਸੇ ਤਰੀਕੇ ਕੋਈ ਨਾ ਕੋਈ ਝੜਪ ਹੋ ਰਹੀ ਆ। ਚਾਹੇ ਉਹ ਲੈ ਲਈਏ ਪ੍ਰਸ਼ਾਸਨ ਦੇ ਵੱਲੋਂ ਲਗਾਤਾਰ ਕਿਸਾਨ ਜੋ ਅੰਦੋਲਨ ਦੇ ਵਿੱਚ ਲੋਕ ਪਹੁੰਚੇ ਨੇ, ਜਾਂ ਅੱਜ ਦੇ ਟਾਈਮ ਦੀ ਅਗਰ ਗੱਲ ਕਰੀਏ ਤਾਂ ਸਥਾਨਕ ਲੋਕ ਜਿਹੜੇ ਆ ਕਿਸਾਨਾਂ ਦਾ ਵਿਰੋਧ ਕਰਨਾ ਜਿਨ੍ਹਾਂ ਨੇ ਸ਼ੁਰੂ ਕਰ ਦਿੱਤਾ ਸਥਾਨਕ ਲੋਕਾਂ ਨੇ। ਸੋ ਮੈਂ ਫਲਜਿੰਦਰ ਤੁਸੀਂ ਦੇਖ ਰਹੇ ਹੋ ਫੈਨ ਅੰਬੇਡਕਰ TV। ਜਿੱਦਾਂ ਕਿ ਹਰ ਵਾਰ ਅਸੀਂ ਤੁਹਾਡੇ ਨਾਲ ਕਿਸੇ ਨਾ ਕਿਸੇ ਨਵੀਂ ਸ਼ਖਸੀਅਤ ਨੂੰ ਲੈ ਕੇ ਹਾਜ਼ਰ ਹੁੰਦੇ ਹਾਂ। ਸੋ ਇਸੇ ਤਰੀਕੇ ਇਹਨਾਂ ਮੁੱਦਿਆਂ ਦੇ ਉੱਤੇ ਗੱਲਬਾਤ ਕਰਾਂਗੇ। ਸਾਡੇ ਨਾਲ ਨੇ ਬਹੁਜਨ ਸਮਾਜ ਪਾਰਟੀ ਦੇ ਸਾਬਕਾ ਮੀਤ ਪ੍ਰਧਾਨ ਸ਼੍ਰੀ MP ਸਿੰਘ ਗੁਰਾਇਆ ਜੀ। ਗੁਰਾਇਆ ਸਾਹਿਬ, ਤੁਹਾਡਾ ਬਹੁਤ ਬਹੁਤ ਸਵਾਗਤ ਹੈ ਫੈਨ ਅੰਬੇਡਕਰ TV। ਬਹੁਤ ਬਹੁਤ ਧੰਨਵਾਦ ਜੀ। ਜੈ ਭੀਮ, ਜੈ ਭਾਰਤ। ਗੁਰਾਇਆ ਸਾਹਿਬ, ਬਹੁਤ ਉਮੀਦਾਂ ਟਿਕੀਆਂ ਸੀਗੀਆਂ ਕਿਸਾਨਾਂ ਦੀਆਂ ਟਰੈਕਟਰ ਪਰੇਡ 26 ਜਨਵਰੀ ਨੂੰ ਲੈ ਕੇ, ਔਰ ਉਸ ਤੋਂ ਅਗਰ ਪਹਿਲਾਂ ਦੀ ਗੱਲ ਕਰੀਏ ਕਰੀਬ 23, 24, 25 ਤਰੀਕ ਤੱਕ ਇੱਕ ਇੱਦਾਂ ਦਾ ਮਾਹੌਲ ਬਣਿਆ ਕਿ ਰਿੰਗ ਰੋਡ ਜਾਣਾ। ਕੀ ਲੱਗਦਾ ਰਿੰਗ ਰੋਡ ਲੋਕ ਪਹੁੰਚੇ ਵੀ ਆ? ਲਾਲ ਕਿਲ੍ਹੇ ਦੇ ਉੱਤੇ ਜੋ
ਇੱਕ ਗੱਲ ਕਰੀਏ ਤਾਂ ਨਿਸ਼ਾਨ ਸਾਹਿਬ ਵੀ ਝੁਲਾਏ ਗਏ ਆ, ਕਿਸ ਨਜ਼ਰੀਏ ਨਾਲ ਦੇਖਦੇ ਹੋ ਤੁਸੀਂ ਇਸ ਚੀਜ਼ ਨੂੰ? ਜਿਹੜਾ ਕਿਸਾਨੀ ਅੰਦੋਲਨ ਆ ਪਿਛਲੇ ਲੰਬੇ ਸਮੇਂ ਤੋਂ ਚੱਲ ਰਿਹਾ, ਪੰਜਾਬ ਵਿੱਚ ਵੀ 2-2.5 ਮਹੀਨੇ ਚੱਲਿਆ ਜੀ। 2 ਮਹੀਨੇ ਹੋ ਗਏ ਦਿੱਲੀ ਉਹਨਾਂ ਨੂੰ ਬੈਠਿਆਂ ਨੂੰ, ਔਰ ਜਿੰਨੀ ਦੇਰ ਦਾ ਇਹ ਅੰਦੋਲਨ ਚੱਲ ਰਿਹਾ ਜੀ, ਅੰਦੋਲਨ ਦਾ ਕੋਈ ਰਿਜ਼ਲਟ ਨਹੀਂ ਨਿਕਲਿਆ। ਕੇਂਦਰ ਸਰਕਾਰ ਆਪਣੇ ਫੈਸਲੇ 'ਤੇ ਅਟਲ ਜਿਹੜੀ ਉਹ ਖੜੀ ਆ, ਔਰ ਇਨ ਬਿਟਵੀਨ ਜਿੰਨੇ ਵੀ ਤਿਉਹਾਰ ਆਏ ਆ ਉਹ ਸਾਰੇ ਉਹਨਾਂ ਨੇ ਕਿਸਾਨਾਂ ਨੇ ਉੱਥੇ ਬੈਠ ਕੇ ਮਨਾਏ। ਬਿਲਕੁਲ। ਔਰ 26 ਜਨਵਰੀ ਇਸ ਦੇਸ਼ ਦਾ ਇੱਕ ਮਹੱਤਵਪੂਰਨ ਦਿਨ ਆ। 26 ਜਨਵਰੀ ਨੂੰ ਬਾਬਾ ਸਾਹਿਬ ਡਾਕਟਰ ਅੰਬੇਦਕਰ ਸਾਹਿਬ ਜੀ ਨੇ ਭਾਰਤ ਦਾ ਕਨਸਟੀਟਿਊਸ਼ਨ ਜਿਹੜਾ ਪੂਰੇ ਦੇਸ਼ ਨੂੰ ਸਮਰਪਿਤ ਕੀਤਾ ਸੀ, ਔਰ 26 ਜਨਵਰੀ 1950 ਨੂੰ ਪਹਿਲੀ ਪਰੇਡ ਬਾਬਾ ਸਾਹਿਬ ਡਾਕਟਰ ਅੰਬੇਦਕਰ ਸਾਹਿਬ ਜੀ ਆਪ ਖੁਦ ਉਸ ਪਰੇਡ ਵਿੱਚ ਬੈਠ ਕੇ ਉਸ ਪਰੇਡ ਦਾ ਜਿਹੜਾ ਉਹਨਾਂ ਨੇ ਵੀ ਮੁਆਇਨਾ ਕੀਤਾ ਸੀ ਔਰ ਦੇਸ਼ ਨੂੰ ਸਲਾਮ ਵੀ ਕੀਤੀ ਸੀ। ਔਰ ਅੱਜ ਤੁਸੀਂ ਇਹ ਦੇਖਦੇ ਕਿ ਜਦੋਂ 26 ਜਨਵਰੀ ਆਉਂਦੀ ਆ ਅਤੇ ਜਦੋਂ ਕਿਸੇ ਵੀ ਫੰਡਾਮੈਂਟਲ ਰਾਈਟ ਹੈ ਕਿਸਾਨਾਂ ਦਾ ਵੀ ਕਿ ਉਹਨਾਂ ਦਾ ਇੱਕ ਆਪਣਾ ਅਧਿਕਾਰ ਹੈ, ਜੋ ਸਰਕਾਰ ਉਹਨਾਂ ਦੀ ਗੱਲ ਨਹੀਂ ਸੁਣ ਰਹੀ ਤਾਂ ਉਹਨਾਂ ਨੇ ਆਪਣੀ ਗੱਲ ਕਰਨ ਦੇ ਵਾਸਤੇ ਟਰੈਕਟਰ ਪਰੇਡ ਜਿਹੜੀ ਸੀ ਉਹ ਕਰਨ ਦਾ ਐਲਾਨ ਕੀਤਾ ਸੀ। ਔਰ ਦਿੱਲੀ ਪੁਲਿਸ ਨੇ ਵੀ ਉਹਨਾਂ ਨੂੰ ਪਰਮਿਸ਼ਨ ਦਿੱਤੀ ਸੀ ਕਿ ਰਿੰਗ ਰੋਡ ਦੇ ਉੱਪਰ ਦੀ ਤੁਸੀਂ ਆਪਣਾ ਜਿਹੜਾ ਉਸ ਰੋਡ ਦੇ ਉੱਤੇ ਤੁਸੀਂ ਆਪਣੀ ਟਰੈਕਟਰ ਪਰੇਡ ਕਰ ਸਕਦੇ ਹੋ। ਅਤੇ ਜਿੰਨੇ ਵੀ ਸਰਹੱਦਾਂ ਲੱਗਦੀਆਂ ਦਿੱਲੀ ਨੂੰ, ਹਰੇਕ ਸਰਹੱਦ ਦੇ ਉੱਤੇ ਕਿਸਾਨ ਬੈਠੇ ਆ, ਚਾਹੇ ਉਹ ਯੂਪੀ ਦੇ ਆ ਜਾਂ ਕਿਸੇ ਹੋਰ ਇਲਾਕਿਆਂ ਦੇ ਆ ਜਾਂ ਪੰਜਾਬ ਔਰ ਹਰਿਆਣੇ ਦੇ ਆ ਜਾਂ ਟੀਕਰੀ ਬਾਰਡਰ ਆ, ਹਰ ਬਾਰਡਰ ਦੇ ਉੱਤੇ ਕਿਸਾਨਾਂ ਨੇ ਆਪਣਾ ਜਿਹੜਾ ਉਹ ਫੈਸਲਾ ਸੁਣਾਇਆ ਕਿ ਅਸੀਂ ਇਕੱਠਿਆਂ ਨੇ ਕਲੈਕਟਿਵਲੀ ਇਹ ਫੈਸਲਾ ਕੀਤਾ ਕਿ ਟਰੈਕਟਰ ਪਰੇਡ ਕਰਨੀ। ਟਰੈਕਟਰ ਪਰੇਡ ਕਿਉਂ ਕਰਨੀ? ਕਿਉਂਕਿ 1907 ਦੇ ਵਿੱਚ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਜੀ ਦੇ ਚਾਚਾ ਜੀ ਸਰਦਾਰ ਅਜੀਤ ਸਿੰਘ ਜੀ, ਉਹਨਾਂ ਨੇ ਵੀ ਕਿਸਾਨੀ ਮੁੱਦਿਆਂ ਨੂੰ ਲੈ ਕੇ ਜਿਹੜੀ ਅੰਗਰੇਜ਼ੀ ਹਕੂਮਤ ਸੀ, ਅੰਗਰੇਜ਼ਾਂ ਦੀ ਸਰਕਾਰ ਸੀ, ਬ੍ਰਿਟਿਸ਼ ਈਸਟ ਇੰਡੀਆ ਕੰਪਨੀ, ਉਹਦੇ ਖਿਲਾਫ ਉਹਨਾਂ ਨੇ ਕਿਸਾਨੀ ਮੁੱਦਿਆਂ ਨੂੰ ਲੈ ਕੇ ਸੰਘਰਸ਼ ਕੀਤਾ ਸੀ ਔਰ ਉਸ ਵੇਲੇ ਉਹਨਾਂ ਨੇ ਜਿੱਤ ਹਾਸਲ ਕੀਤੀ ਸੀ। ਜੋ ਉਹਨਾਂ ਨੇ ਇਸ਼ੂ ਚੁੱਕੇ ਸੀ ਅਤੇ ਸਰਕਾਰ ਨੇ ਉਹਨੂੰ ਮੰਨਿਆ ਸੀ। ਇਹ ਇੱਕ ਡੈਮੋਕ੍ਰੇਟਿਕ ਵੇ ਆ ਕਿ ਹਰ ਬੰਦਾ ਉਹਨੂੰ ਕਰ ਸਕਦਾ, ਅਤੇ ਕਿਸਾਨਾਂ ਨੇ ਵੀ ਇਹ ਕਲੈਕਟਿਵਲੀ ਫੈਸਲਾ ਕੀਤਾ ਕਿ ਅਸੀਂ ਟਰੈਕਟਰ ਪਰੇਡ ਕਰਾਂਗੇ। ਟਰੈਕਟਰ ਪਰੇਡ ਵਰਲਡ ਦਾ ਇੱਕ ਇਤਿਹਾਸਕ ਦਿਨ ਹੋਊਗਾ ਔਰ ਇਸ ਦਿਨ ਦੇ ਵਿੱਚ ਕੇਂਦਰ ਸਰਕਾਰ ਨੂੰ ਹੀ ਨਹੀਂ, ਪੂਰੇ ਵਰਲਡ ਦਾ ਮੀਡੀਆ ਜਿਹੜਾ ਉਹਨੂੰ ਪਰੇਡ ਨੂੰ ਕਵਰ ਅਪ ਕਰਨ ਵਾਸਤੇ ਭਾਰਤ ਦੇ ਵਿੱਚ ਆਇਆ। ਔਰ ਜਿਸ ਵੇਲੇ ਉਹਨਾਂ ਨੇ ਸਾਰਿਆਂ ਨੇ ਉਹ ਰਿੰਗ ਰੋਡ ਦਾ, ਇਹਨਾਂ ਨੇ ਪਹਿਲਾਂ ਉਹਨਾਂ ਨੂੰ ਟਰੈਕ ਪ੍ਰੋਗਰਾਮ ਦਿੱਤਾ ਸੀ ਔਰ ITO ਜਿਹੜਾ ਆਫਿਸ ਆ ਉਸ ਤੋਂ ਇੱਕ ਸਾਈਡ 'ਤੇ ਲਾਲ ਕਿਲ੍ਹਾ ਪੈ ਜਾਂਦਾ। ਬਾਅਦ ਵਿੱਚ ਇਹਨਾਂ ਨੇ ਰੂਟ ਪ੍ਰੋਗਰਾਮ ਚੇਂਜ ਕਰ ਦਿੱਤਾ, ਕਿਸਾਨਾਂ ਨੇ ਉਹਨੂੰ ਵੀ ਮੰਨ ਲਿਆ। ਮਗਰ ਜਿਹੜੇ ਸ਼ਰਾਰਤੀ ਅਨਸਰ ਸੀ, ਦੀਪ ਸਿੱਧੂ ਹੋ ਗਿਆ ਜਾਂ ਹੋਰ ਬਾਕੀ ਹੋ ਗਏ ਬੰਦੇ, ਅੱਜ ਇਹ ਜਗ ਜ਼ਾਹਰ ਹੋ ਚੁੱਕਾ ਕਿ ਉਹ RSS ਦੇ ਏਜੰਟ ਸੀ। RSS ਨੇ ਸਾਰੀ ਸ਼ਰਾਰਤ ਕਰਵਾਈ, ਮਗਰ ਸ਼ਰਾਰਤ ਭਾਵੇਂ ਹੋ ਗਈ, ਮਗਰ ਜਦੋਂ ਅਸੀਂ ਦੇਖਦੇ ਹਾਂ ਕਿ ਇਹ ਐਡਾ ਕਿਹੜਾ ਗੁਨਾਹ ਕਰ ਦਿੱਤਾ ਕਿ ਅੱਜ ਜਿਹੜਾ ਲਾਲ ਕਿਲ੍ਹੇ ਦੇ ਉੱਤੇ ਕੇਸਰੀ ਜਿਹੜਾ ਆਪਣਾ ਤਿਰੰਗਾ ਪਰਚਮ ਆ ਉਹ ਲਹਿਰਾਇਆ ਗਿਆ, ਜਿਹੜਾ ਪਿਛਲੇ ਲੰਬੇ ਸਮੇਂ ਤੋਂ ਜਦੋਂ ਦੇਸ਼ ਆਜ਼ਾਦ ਹੋਇਆ ਅੱਜ ਵੀ ਉਹ ਐਜ਼ ਇਟ ਇਜ਼ ਉੱਦਾਂ ਉਹ ਲਹਿਰਾ ਰਿਹਾ ਸੀ। ਅਤੇ ਤਿਰੰਗੇ ਨੂੰ ਕਿਸੇ ਨੇ ਹੱਥ ਨਹੀਂ ਲਾਇਆ। ਤਿਰੰਗੇ ਦੇ ਨਾਲ, ਤਿਰੰਗੇ ਤੋਂ ਥੱਲੇ ਕਿ ਕੇਸਰੀ ਪਰਚਮ ਜਿਹੜਾ ਸ਼੍ਰੀ ਨਿਸ਼ਾਨ ਸਾਹਿਬ ਆ ਉਹ ਲਹਿਰਾਇਆ ਗਿਆ। ਮਗਰ ਦੇਸ਼ ਦੇ ਅੰਦਰ ਇਹ ਨਫ਼ਰਤ ਦੀ ਭਾਵਨਾ ਕੇਂਦਰ ਸਰਕਾਰ ਆਪਣੇ ਬੰਦਿਆਂ ਤੋਂ, ਜਿਹੜੇ ਪਲਾਂਟਡ ਬੰਦੇ ਉਹਨਾਂ ਤੋਂ ਇਹ ਫੈਲਾਉਣਾ ਚਾਹੁੰਦੀ ਆ ਤਾਂ ਜੋ ਕਿ ਹਿੰਦੂ ਔਰ ਸਿੱਖਾਂ ਦਾ ਜਿਹੜਾ ਆਪਸੀ ਮੇਲ ਆ ਉਹਦੇ ਵਿੱਚ ਡਿਸਕ੍ਰਿਮੀਨੇਸ਼ਨ ਪੈਦਾ ਹੋਵੇ, ਵਿਤਕਰਾ ਪੈਦਾ ਹੋ ਜਾਵੇ। ਜਿਹੜਾ ਗੱਲ ਕਰਦੇ ਆ ਕਿ ਸਰਕਾਰ ਦੇ ਜੋ ਵੱਲੋਂ ਪਹਿਲਾਂ ਸੁਪਰੀਮ ਕੋਰਟ ਦੇ ਵਿੱਚ ਦਾਇਰ ਕੀਤਾ ਗਿਆ ਸੀਗਾ ਕਿ ਇਹਦੇ ਵਿੱਚ ਖਾਲਿਸਤਾਨੀ ਲੋਕ ਨੇ, ਅੱਜ ਉਹ ਜਦੋਂ ਨਿਸ਼ਾਨ ਸਾਹਿਬ ਚੜ੍ਹਾਏ ਗਏ ਉਸ ਲਾਲ ਕਿਲ੍ਹੇ ਦੀ ਉੱਪਰ, ਅਤੇ ਉਸ ਤੋਂ ਬਾਅਦ ਫਿਰ ਇਹੀ ਗੱਲ ਦੁਬਾਰਾ ਕੀਤੀ ਗਈ ਕਿ ਖਾਲਿਸਤਾਨੀ ਮੂਵਮੈਂਟ ਆ, ਇਹਦੇ ਵਿੱਚ ਕਿਸਾਨ ਨਹੀਂ ਆ ਅਤੇ ਖਾਲਿਸਤਾਨ ਮੂਵਮੈਂਟ ਆ, ਖਾਲਿਸਤਾਨ ਦੇ ਜੋ ਇਹ ਨਿਸ਼ਾਨ ਚਲਾਏ ਜਾ ਰਹੇ ਆ, ਇਹਦੇ ਬਾਰੇ ਤੁਹਾਡਾ ਕੀ ਕਹਿਣਾ? ਜਿਹੜਾ ਖਾਲਿਸਤਾਨ ਦਾ ਝੰਡਾ ਆ ਉਹ ਤਾਂ ਹੈਗਾ ਕਿਸੇ ਹੋਰ ਟਾਈਪ ਦਾ, ਇਹ ਹੈਗਾ ਨਿਸ਼ਾਨ ਸਾਹਿਬ। ਨਿਸ਼ਾਨ ਸਾਹਿਬ ਜਿਹੜਾ ਆ ਉਹ ਤਕੋਨਾ ਨਿਸ਼ਾਨ ਸਾਹਿਬ ਆ, ਉਹਦੇ ਵਿੱਚ ਖੰਡਾ ਔਰ ਆਲੇ ਦੁਆਲੇ 2 ਕਿਰਪਾਨਾਂ ਔਰ ਉਹ ਖੰਡੇ ਦਾ ਨਿਸ਼ਾਨ ਆ ਉਹਦੇ ਵਿੱਚ। ਇਹ ਨਿਸ਼ਾਨ ਸਾਹਿਬ ਥਰੂ ਆਊਟ ਵਰਲਡ ਕਿਸੇ ਵੀ ਕੰਟਰੀ 'ਚ ਚਲੇ ਜਾਓ, ਉਸ ਕੰਟਰੀ ਦਾ ਝੰਡਾ ਪਲੱਸ ਨਿਸ਼ਾਨ ਸਾਹਿਬ ਉੱਥੇ ਚੜ੍ਹਾਇਆ ਜਾਂਦਾ, ਹਰ ਗੁਰਦੁਆਰੇ ਵਿੱਚ ਚੜ੍ਹਾਇਆ ਜਾਂਦਾ,
ਹਰ ਉੱਥੋਂ ਦੀ ਸਰਕਾਰ ਜਿਹੜੀ ਆ ਨਿਸ਼ਾਨ ਸਾਹਿਬ ਨੂੰ ਸਲੂਟ ਕਰਦੀ ਆ। ਈਵਨ ਦੈਨ ਅਰਬ ਕੰਟਰੀ, ਤੁਸੀਂ ਦੁਬਈ 'ਚ ਚਲੇ ਜਾਓ, ਉੱਥੇ ਗੁਰੂ ਨਾਨਕ ਦਰਬਾਰ ਗੁਰਦੁਆਰਾ ਬਣਿਆ, ਉੱਥੇ ਜਿਹੜਾ ਉਹ ਪਰਮਿਸ਼ਨ ਨਹੀਂ ਦਿੰਦੇ ਸੀ। ਉਹਨਾਂ ਨੇ ਸਾਡੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਪੜ੍ਹਿਆ, ਪੜ੍ਹ ਕੇ ਉਹਨਾਂ ਨੂੰ ਸ਼ੇਖ ਨੂੰ ਸੁਣਾਇਆ ਗਿਆ। ਇਹ ਸੁਰਿੰਦਰ ਸਿੰਘ ਕੰਧਾਰੀ ਨੇ ਉਹਦਾ ਅਨੁਵਾਦ ਕੀਤਾ ਉਰਦੂ ਦੇ ਵਿੱਚ, ਫਾਰਸੀ ਦੇ ਵਿੱਚ। ਫਿਰ ਉਹ ਜਦੋਂ ਉਹਨਾਂ ਨੇ ਪੜ੍ਹਿਆ ਤਾਂ ਉਹਨਾਂ ਨੇ ਦੇਖਿਆ ਕਿ ਇਹ ਤਾਂ ਮਾਨਵਤਾਵਾਦੀ ਜਿਹੜਾ ਆ ਇਹ ਵਿਚਾਰਧਾਰਾ ਹੈ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ, ਇਹ ਤਾਂ ਸਾਰੇ ਸਮਾਜ ਦੀ ਇਹ ਪ੍ਰੋੜਤਾ ਕਰਦਾ। ਅਤੇ ਉੱਥੇ ਉਹਨਾਂ ਨੇ ਕਿਹਾ ਕਿ ਵਰਲਡ ਦੇ 5 ਗੁਰਦੁਆਰੇ ਸਿਲੈਕਟ ਕਰ ਲਓ ਔਰ ਉਹਦੀ ਦਿੱਖ ਜਿਹੜੀ ਉੱਥੇ ਦਿਖਣੀ ਚਾਹੀਦੀ। ਫਿਰ ਜਦੋਂ ਗੁਰੂ ਮਹਾਰਾਜ ਦਾ ਕੋਈ ਸ਼ਹੀਦੀ ਦਿਹਾੜਾ ਆਉਂਦਾ ਜਾਂ ਪ੍ਰਕਾਸ਼ ਦਿਹਾੜਾ ਆਉਂਦਾ, ਉੱਥੇ ਫਿਰ ਬਟਨ ਉਹ ਦੱਬਦੇ ਆ ਅਤੇ ਨਿਸ਼ਾਨ ਸਾਹਿਬ ਬਾਹਰ ਆ ਜਾਂਦਾ। ਔਰ ਉਸ ਤੋਂ ਬਾਅਦ ਜਦੋਂ ਪ੍ਰੋਗਰਾਮ ਸਮਾਪਤ ਹੋ ਜਾਂਦਾ, ਬਟਨ ਦੱਬਦੇ ਨਿਸ਼ਾਨ ਸਾਹਿਬ ਧਰਤੀ ਦੇ ਵਿੱਚ ਚਲੇ ਜਾਂਦਾ, ਤਾਂ ਜੋ ਕਿ ਕੋਈ ਬੰਦਾ ਸ਼੍ਰੀ ਨਿਸ਼ਾਨ ਸਾਹਿਬ ਜੀ ਦਾ ਅਪਮਾਨ ਨਾ ਕਰ ਸਕੇ। ਇਹ ਦੁਬਈ ਦੇ ਵਿੱਚ ਦੁਬਈ ਦੇ ਸ਼ੇਖ ਨੇ ਹੁਕਮ ਕੀਤਾ ਹੈ। ਤਾਂ ਨਿਸ਼ਾਨ ਸਾਹਿਬ ਨੂੰ ਸਲਿਊਟ ਤਾਂ ਹਰ ਕੰਟਰੀ ਦੇ ਸਰਕਾਰ ਕਰਦੀ ਹੈ। ਅਤੇ ਜੇ ਦਿੱਲੀ ਲਾਲ ਕਿਲ੍ਹੇ ਦੇ ਉੱਤੇ 19 ਵਾਰ ਪਹਿਲਾਂ ਸਾਡੇ ਮਹਾਰਾਜਾ ਜੱਸਾ ਸਿੰਘ ਰਾਮਗੜੀਆ ਜੀ, ਜੱਸਾ ਸਿੰਘ ਆਹਲੂਵਾਲੀਆ ਜੀ, ਸਰਦਾਰ ਬਘੇਲ ਸਿੰਘ ਜੀ, ਅਗਰ ਉਹਨਾਂ ਨੇ ਅੱਜ ਤੋਂ 1783 ਈਸਵੀ ਦੇ ਵਿੱਚ ਉਦੋਂ ਉਹਨਾਂ ਨੇ ਇਹ ਝੰਡਾ ਲਹਿਰਾਇਆ, ਅਤੇ ਉਸ ਵੇਲੇ ਜਦੋਂ ਇਹ ਜੰਗ ਨੂੰ ਫਤਿਹ ਕੀਤਾ ਸੀ, ਫਿਰ ਉੱਥੇ ਰਹੇ, ਉਹ ਰਹਿ ਕੇ ਕੇਸਰੀ ਪਰਚਮ ਲਹਿਰਾਇਆ ਔਰ ਉਹ ਗਏ ਨਹੀਂ ਸੀ। ਅੱਜ ਤਾਂ ਇਹਨਾਂ ਨੇ ਨਿਸ਼ਾਨ ਸਾਹਿਬ ਦੀ ਬੇਇੱਜ਼ਤੀ ਕਰਤੀ। ਨਿਸ਼ਾਨ ਸਾਹਿਬ ਨੂੰ ਉੱਥੇ ਚੜ੍ਹਾ ਕੇ ਔਰ ਉਸ ਤੋਂ ਬਾਅਦ ਦੀਪ ਸਿੱਧੂ ਵਰਗੇ ਮੋਟਰਸਾਈਕਲ ਲੈ ਕੇ ਭੱਜ ਗਏ। ਇਹ ਕਿਹੜੇ ਸਿੱਖਾਂ 'ਚੋਂ ਸਿੱਖਿਆ? ਇਸ ਕਰਕੇ ਨਿਸ਼ਾਨ ਸਾਹਿਬ ਜੀ ਦੀ ਮਹਾਨਤਾ ਥਰੂ ਆਊਟ ਵਰਲਡ ਹਰ ਕੰਟਰੀ ਦੇ ਵਿੱਚ ਆ। ਇਹ ਕੋਈ ਤਿਰੰਗੇ ਦਾ ਅਪਮਾਨ ਨਹੀਂ, ਤਿਰੰਗੇ ਦਾ ਸਨਮਾਨ ਕੀਤਾ ਸਿੰਘਾਂ ਨੇ। ਔਰ ਉੱਥੇ ਨਿਸ਼ਾਨ ਸਾਹਿਬ ਜਿਹੜਾ ਚੜ੍ਹਾਇਆ ਗਿਆ ਉਹ ਇੱਕ ਸਿੱਖ ਇਜ਼ਮ ਦਾ, ਸਿੱਖ ਇਤਿਹਾਸ ਦਾ, ਜਿਹੜਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਜਿੱਥੇ ਪ੍ਰਕਾਸ਼ ਹੁੰਦਾ, ਇਹ ਨਿਸ਼ਾਨ ਸਾਹਿਬ ਉੱਥੇ ਚਲਾਇਆ ਜਾਂਦਾ। ਆਰਮੀ ਦੇ ਵਿੱਚ ਜਿੱਥੇ ਵੀ ਸਿੱਖ ਰੈਜੀਮੈਂਟ ਜਾਂਦੀ ਆ, ਉੱਥੇ ਉਹ ਗੁਰੂ ਗ੍ਰੰਥ ਸਾਹਿਬ ਜੀ ਨਾਲ ਲੈ ਕੇ ਜਾਂਦੇ, ਉੱਥੇ ਵੀ ਨਿਸ਼ਾਨ ਸਾਹਿਬ ਲਾਉਂਦੇ ਆ। ਜਿਹੜੇ ਈਵਨ ਦੈਨ ਤੁਸੀਂ ਪ੍ਰਧਾਨ ਮੰਤਰੀ ਸਾਹਿਬ ਗੁਰਦੁਆਰਾ ਰਕਾਬਗੰਜ ਸਾਹਿਬ ਗਏ ਆ, ਤਾਂ ਉਹਨਾਂ ਨੇ ਜਿਹੜਾ ਉੱਪਰ ਸਿਰ 'ਤੇ ਪਰਨਾ ਲਪੇਟਿਆ ਤਾਂ ਮੂਹਰੇ ਖੰਡੇ ਦਾ ਨਿਸ਼ਾਨ ਸੀ, ਉਹ ਵੀ ਨਿਸ਼ਾਨ ਸਾਹਿਬ ਦਾ ਪ੍ਰਤੀਕ ਆ। ਇਸ ਕਰਕੇ ਜੇ ਪ੍ਰਧਾਨ ਮੰਤਰੀ ਝਾਕੀਆਂ 26 ਜਨਵਰੀ ਨੂੰ ਜਦ ਨਿਕਲੀਆਂ, ਉਸ ਵੇਲੇ ਤੁਸੀਂ ਦੇਖਿਆ ਹੋਊਗਾ ਕਿ ਪੰਜਾਬ ਦੀ ਜਿਹੜੀ ਝਾਕੀ ਸੀ ਉਹਦੇ ਵਿੱਚ 5 ਸਿੰਘਾਂ ਨੇ, 5 ਜਿਹੜੇ ਪਿਆਰੇ ਸੀ, ਉਹਨਾਂ ਨੇ ਨਿਸ਼ਾਨ ਸਾਹਿਬ ਫੜਿਆ ਸੀ। ਫਿਰ ਝਾਕੀ ਦੇ ਮੂਹਰੇ ਨਿਸ਼ਾਨ ਸਾਹਿਬ ਸਥਾਪਿਤ ਕੀਤੇ ਗਏ। ਜਦੋਂ ਉਹ ਨਿਸ਼ਾਨ ਸਾਹਿਬ ਦੀਆਂ ਝਾਕੀਆਂ ਤੁਸੀਂ ਦੇਖ ਸਕਦੇ ਹੋ, ਗੁਰਦੁਆਰਿਆਂ 'ਚ ਜਾ ਕੇ ਨਤਮਸਤਕ ਹੋ ਸਕਦੇ ਹੋ, ਫਿਰ ਉਹ ਨਿਸ਼ਾਨ ਸਾਹਿਬ ਖਾਲਿਸਤਾਨੀ ਨਿਸ਼ਾਨ ਸਾਹਿਬ, ਉਹ ਖਾਲਿਸਤਾਨੀ ਝੰਡਾ ਕਿੱਦਾਂ ਹੋ ਗਿਆ? ਜਿਹੜਾ ਉੱਥੇ ਕਿਹਾ ਜਾ ਰਿਹਾ ਕਿ ਤਿਰੰਗੇ ਦਾ ਅਪਮਾਨ ਕੀਤਾ ਕਿ ਦੂਸਰੇ ਧਰਮ ਦਾ, ਜਾਂ ਜੋ ਨਿਸ਼ਾਨ ਸਾਹਿਬ ਚੜਾ ਕੇ, ਇਹਦੇ ਬਾਰੇ ਕੀ ਕਹਿਣਾ ਤੁਹਾਡਾ? ਨਹੀਂ, ਤਿਰੰਗੇ ਦਾ ਕੋਈ ਅਪਮਾਨ ਨਹੀਂ ਉਹਨਾਂ ਨੇ ਕੀਤਾ। ਇਹ ਤਾਂ ਸਿੱਖਾਂ ਦਾ ਨਿਸ਼ਾਨ, ਪ੍ਰਤੀਕ ਆ। ਗੁਰੂ ਗ੍ਰੰਥ ਸਾਹਿਬ ਮਹਾਰਾਜ ਜਿੱਥੇ ਵੀ ਅਸੀਂ ਗੁਰੂ ਮਹਾਰਾਜ ਦਾ ਪ੍ਰਕਾਸ਼ ਕਰਦੇ, ਉੱਥੇ ਨਿਸ਼ਾਨ ਸਾਹਿਬ, ਇਹ ਖਾਲਸੇ ਦਾ ਨਿਸ਼ਾਨ ਆ। ਅਗਰ ਤਿਰੰਗਾ ਦਾ ਜੋ ਹਾਈਟ ਆ, ਤਿਰੰਗਾ ਆਪਣਾ ਉਚਾਈ ਦੇ ਵਿੱਚ ਉਹ ਲਹਿਰਾਇਆ ਜਾ ਰਿਹਾ ਸੀ 26 ਜਨਵਰੀ ਨੂੰ, ਇਹ ਜਿਹੜਾ ਝੰਡਾ ਲਹਿਰਾਇਆ ਗਿਆ ਨਿਸ਼ਾਨ ਸਾਹਿਬ, ਇਹ ਉਸ ਉਚਾਈ ਨਾਲੋਂ ਥੱਲੇ ਆ। ਤਿਰੰਗੇ ਦਾ ਕੋਈ ਅਪਮਾਨ ਨਹੀਂ ਹੋਇਆ। ਜੇ ਕੋਈ ਕਹਿੰਦਾ ਨਾ ਤਿਰੰਗੇ ਦਾ ਅਪਮਾਨ ਆ, ਤਾਂ ਫਿਰ ਹਰ ਕੰਟਰੀ ਦੇ ਲੋਕ ਜਿਹੜੇ ਆ, ਇਹ ਇੱਕ ਸਿੱਖ ਧਰਮ ਦਾ ਨਿਸ਼ਾਨ ਸਾਹਿਬ ਹੈ ਜਿਹੜਾ ਹਰ ਕੰਟਰੀ ਦੇ ਵਿੱਚ, ਅਰਬ ਕੰਟਰੀਆਂ ਵਿੱਚ ਵੀ ਉੱਥੇ ਚੜ੍ਹਾਇਆ ਜਾਂਦਾ। ਨਹੀਂ ਤਾਂ ਕਿਸੇ ਵੀ ਧਰਮ ਦਾ ਝੰਡਾ ਕਿਸੇ ਕੰਟਰੀ ਦੇ ਵਿੱਚ ਜੇ ਲਹਿਰਾਇਆ ਜਾਂਦਾ ਹੋਵੇ, ਤੁਸੀਂ ਮੈਨੂੰ ਦੱਸ ਸਕਦੇ ਹੋ। ਅਤੇ ਗੁਰਦੁਆਰਾ ਜਿੱਥੇ ਸਥਾਪਿਤ ਹੋਊਗਾ, ਉੱਥੇ ਨਿਸ਼ਾਨ ਸਾਹਿਬ ਗੁਰੂ ਮਹਾਰਾਜ ਦਾ ਜ਼ਰੂਰ ਝੂਲਦਾ ਹੋਊਗਾ, ਤੁਹਾਨੂੰ ਨਜ਼ਰ ਆਊਗਾ। ਚਾਹੇ ਉਹ ਇੰਗਲੈਂਡ ਆ, ਕੈਨੇਡਾ ਆ, ਅਮਰੀਕਾ ਆ, ਅਰਬ ਕੰਟਰੀਆਂ, ਦੁਬਈ ਆ, ਮਸਕਟ ਆ, ਕਿਤੇ ਵੀ ਚਲੇ ਜਾਓ, ਜਿੱਥੇ ਵੀ ਗੁਰੂ ਮਹਾਰਾਜ ਨੇ ਆਪਣੇ ਚਰਨ ਜਿਹੜੇ ਪਰਸੇ ਆ, ਉੱਥੇ ਗੁਰਦੁਆਰਾ ਸਾਹਿਬ ਸਥਾਪਿਤ ਹੋਏ ਔਰ ਉੱਥੇ ਨਿਸ਼ਾਨ ਸਾਹਿਬ ਦਾ ਜਿਹੜਾ ਪਰਚਮ ਆ ਅੱਜ ਵੀ ਲਹਿਰਾ ਰਿਹਾ। ਔਰ ਉੱਥੋਂ ਦੀਆਂ ਸਰਕਾਰਾਂ ਨੂੰ ਕੋਈ ਗਿਲਾ ਨਹੀਂ ਹੈ। ਅਤੇ ਭਾਰਤ ਸਰਕਾਰ ਇਹ ਸਿੱਖ ਔਰ ਹਿੰਦੂਆਂ ਦੀ ਜਿਹੜੀ ਆਪਸੀ ਪਿਆਰ ਆ, ਭਾਈਚਾਰਾ ਆ, ਉਹਨੂੰ ਹੁਣ ਕ੍ਰਸ਼ ਕਰਨਾ ਚਾਹੁੰਦੇ ਆ ਔਰ ਇਹ ਦੰਗੇ ਭੜਕਾਉਣਾ ਚਾਹੁੰਦੇ ਆ। ਕਿਉਂਕਿ ਸ਼ਾਹੀਨ ਬਾਗ ਜਿਹੜਾ ਸੀ, ਔਰ ਜਦੋਂ ਸ਼ਾਹੀਨ ਬਾਗ ਦੀ ਮੂਵਮੈਂਟ ਚੱਲੀ ਸੀ, ਇਹਨਾਂ ਨੇ ਇਸੇ ਤਰ੍ਹਾਂ ਇਹ ਆਪਣੇ RSS ਔਰ BJP ਦੇ ਦੱਲਿਆਂ ਨੂੰ ਭੇਜ ਕੇ ਉੱਥੇ ਦੰਗੇ ਕਰਵਾਏ। ਉਹੀ ਕੁਛ ਅੱਜ ਕਰ ਰਹੇ। ਅੱਜ ਵੀ ਸਿੰਘੂ ਬਾਰਡਰ ਦੇ ਉੱਤੇ ਇੱਕ ਸਿੰਘ ਨੂੰ ਇਹਨਾਂ ਨੇ ਬਹੁਤ ਜ਼ਿਆਦਾ ਕੁੱਟਿਆ, ਕੁੱਟ ਕੇ ਤਾਂ ਉਹਨੂੰ ਨਾਲ ਹੀ ਚੱਕ ਕੇ ਲੈ ਗਏ, ਪੱਗਾਂ ਲਾਤੀਆਂ ਗਈਆਂ।
ਪੁਲਿਸ ਨਾਲ ਰਲ ਕੇ ਇਹਨਾਂ ਦੰਗਾਕਾਰੀ ਜਿਹੜੇ ਬੰਦੇ ਆਏ ਸੀ RSS BJP ਦੇ, ਪੁਲਿਸ ਖੁਦ ਨਾਲ, ANI ਦੀ ਰਿਪੋਰਟ ਆ ਔਰ ਉਹ ਤੁਸੀਂ ਵੀਡੀਓ ਵੀ ਦੇਖ ਸਕਦੇ ਆ, ਖੁਦ ਨਾਲ ਜਾਣੀ ਜਿਵੇਂ ਆਰਾਮ ਨਾਲ ਬੈਠੇ ਜਿਹੜੇ ਕਿਸਾਨ ਸੀ ਉਹਨਾਂ ਦੇ ਉੱਤੇ ਉਹ ਇੱਟਾਂ ਬੱਟੇ ਪੱਥਰ ਜਿਹੜੇ ਉਹ ਚਲਾ ਰਹੇ ਸੀ। ਇਹਦਾ ਮਤਲਬ ਭਾਰਤ ਸਰਕਾਰ ਜਿਹੜੀ ਬੁੰਦਲ ਚੁੱਕੀ ਆ, ਉਹਨੂੰ ਕੋਈ ਸਮਝ ਨਹੀਂ ਆ ਰਿਹਾ ਕਿ ਕੀ ਲੱਗਦਾ ਤੁਹਾਨੂੰ ਕਿ 26 ਤਰੀਕ ਤੋਂ ਬਾਅਦ ਜੇ ਗੱਲ ਕਰਦੇ ਆ ਜਿਨ੍ਹਾਂ ਨੇ ਤਿਰੰਗਾ ਲਹਿਰਾਇਆ ਜਾਂ ਦੀਪ ਸਿੱਧੂ ਵਰਗੇ ਜਿਹੜੇ ਵਾਇਰਲ ਹੋਏ ਸੋਸ਼ਲ ਮੀਡੀਆ ਦੇ ਉੱਤੇ, ਬਹੁਤ ਸਾਰੀਆਂ ਉਹਨਾਂ ਦੀਆਂ ਵੀਡੀਓ ਵੀ ਵਾਇਰਲ ਹੋਈਆਂ ਜੋ ਉੱਥੇ ਇਹ ਪਹੁੰਚੇ ਹੋਏ ਸੀਗੇ, ਉਹਨਾਂ ਤੋਂ ਇਲਾਵਾ ਸਭ ਤੋਂ ਪਹਿਲਾਂ FIR ਜਿਹੜੀ ਹੁੰਦੀ ਆ ਉਹ ਕਿਸਾਨ ਜਥੇਬੰਦੀਆਂ 'ਤੇ ਕੀਤੀ ਜਾਂਦੀ ਹੈ। ਨਹੀਂ, ਜਿਹੜਾ ਨਿਸ਼ਾਨ ਸਾਹਿਬ ਲਹਿਰਾਇਆ ਗਿਆ ਇਹ ਲਾਲ ਕਿਲ੍ਹੇ ਦੇ ਉੱਤੇ, ਉਹ ਤਾਂ ਦੀਪ ਸਿੱਧੂ ਲਾਈਵ ਹੋਇਆ। ਪਹਿਲੀ ਗੱਲ ਤਾਂ ਜਦ ਉਹ ਲਾਈਵ ਹੋਇਆ, ਜਿਹੜੇ ਬੰਦੇ ਲਾਈਵ ਹੋਏ ਉਹਨਾਂ ਦੇ ਉੱਤੇ ਪਰਚਾ ਹੋਣਾ ਚਾਹੀਦਾ ਸੀ ਜੇ ਇਹ ਸਮਝਦੇ ਆ। ਮਗਰ ਮੇਰੇ ਨਜ਼ਰੀਏ ਦੇ ਨਾਲ ਇਹ ਕੋਈ ਪਾਪ ਨਹੀਂ ਹੈ, ਪਹਿਲੀ ਗੱਲ। ਦੂਸਰੀ ਗੱਲ ਇਹ ਆ, ਜੇ ਨਿਸ਼ਾਨ ਸਾਹਿਬ ਲਹਿਰਾਇਆ ਦੀਪ ਸਿੱਧੂ ਨੇ ਜਾਂ ਬਾਕੀ ਬੰਦਿਆਂ ਨੇ, ਪਰਚੇ ਉਹਨਾਂ 'ਤੇ ਹੋਣ। ਜਿਹੜੇ ਬੰਦੇ ਉਸ ਰੋਡ 'ਤੇ ਗਏ ਨਹੀਂ, ਜਿਹੜੇ ਲਾਲ ਕਿਲ੍ਹੇ 'ਤੇ ਨਹੀਂ ਗਏ, ਉਹ ਕਿਸਾਨ ਜਥੇਬੰਦੀਆਂ 'ਤੇ ਅਣਗਿਣਤ ਧਾਰਾਵਾਂ ਲਾ ਕੇ IPC ਦੇ ਅਧੀਨ ਉਹਨਾਂ ਦੇ ਉੱਤੇ ਪਰਚੇ ਦੇ ਦਿੱਤੇ ਗਏ। ਕਾਰਨ ਕੀ ਆ ਕਿ ਜਿਹੜਾ ਹੋਮ ਮਿਨਿਸਟਰ ਆ ਉਹ ਮੈਂਟਲੀ ਤੌਰ 'ਤੇ ਡਿਸਟਰਬ ਹੋ ਚੁੱਕਾ, ਪ੍ਰਾਈਮ ਮਿਨਿਸਟਰ ਮੈਂਟਲੀ ਤੌਰ 'ਤੇ ਡਿਸਟਰਬ ਹੋ ਚੁੱਕਾ ਔਰ ਉਹ ਇਸ ਹੋਸ਼ੇ ਹੱਥਕੰਡੇ ਅਪਣਾਉਣ ਲੱਗ ਪਏ ਕਿ ਜਿਹੜੇ ਕਿਸਾਨ ਅਮਨ ਔਰ ਸ਼ਾਂਤੀ ਨਾਲ ਬੈਠੇ ਆ ਉਹਨਾਂ ਦੇ ਉੱਤੇ ਪੱਥਰਬਾਜ਼ੀ ਕਰਨ ਲੱਗ ਗਏ, ਉਹਨਾਂ ਦੇ ਪਾਣੀ ਦਾ ਕਨੈਕਸ਼ਨ ਕੱਟ ਦਿੱਤੇ, ਉਹਨਾਂ ਦੀ ਬਿਜਲੀ ਦੇ ਕਨੈਕਸ਼ਨ ਕੱਟ ਦਿੱਤੇ ਗਏ ਤਾਂ ਜੋ ਕਿ ਉੱਥੋਂ ਉੱਠ ਕੇ ਵਾਪਸ ਆ ਜਾਣ। ਮਗਰ ਅਗਰ ਜੇ ਸਰਕਾਰ ਆਪਣੇ ਲਏ ਹੋਏ ਫੈਸਲਿਆਂ ਤੋਂ ਵਾਪਸ ਨਹੀਂ ਮੁੜਦੀ ਤਾਂ ਫਿਰ ਇਹ ਕਿਸਾਨ ਜਿਹੜੇ ਆ ਗਏ ਆ, ਇਹ ਆਪਣੇ ਹੱਕਾਂ ਦੀ ਆਵਾਜ਼ ਨੂੰ ਉਠਾਉਣ ਗਏ ਆ, ਨਾ ਕਿ ਉੱਥੇ ਦੰਗੇ ਕਰਨ ਗਏ। ਔਰ BJP ਦਾ ਲਾਸਟ ਹਥਿਆਰ ਆ ਕਿ ਦੰਗੇ ਕਰਾਉਣਾ। ਅਗਰ ਤੁਸੀਂ ਦੰਗਿਆਂ ਦੀ ਗੱਲ ਕਰ ਰਹੇ ਹੋ, 26 ਤਰੀਕ ਤੱਕ ਤਾਂ ਇਹ ਬਿਲਕੁਲ ਸ਼ਾਂਤ ਸੀਗਾ। ਉੱਥੇ ਦੀ ਜਿਹੜੀ ਵਸਿੰਦੇ ਨੇ ਜਿਹੜੇ ਲੋਕ ਆ ਉੱਥੇ ਦੇ, ਉਹਨਾਂ ਦੀਆਂ ਵੀ ਬਹੁਤ ਸਾਰੀਆਂ ਵੀਡੀਓਜ਼ ਵਾਇਰਲ ਹੋਈਆਂ, ਬਹੁਤ ਸਾਰੇ ਚੈਨਲਾਂ ਦੇ ਉੱਤੇ ਉਹਨਾਂ ਨੇ ਇੰਟਰਵਿਊਜ਼ ਕੀਤੀਆਂ ਜਿਹਦੇ ਵਿੱਚ ਉੱਥੇ ਦੇ ਦਿੱਲੀ ਦੇ ਲੋਕ ਆ ਕੇ ਕਿਸਾਨਾਂ ਦੇ ਨਾਲ ਸਾਥ ਦੇ ਰਹੇ ਆ। ਕੋਈ ਉੱਥੇ ਦੀਆਂ ਲੇਡੀਜ਼ ਆ ਰਹੀਆਂ, ਕੋਈ ਉਹਨਾਂ ਦਾ ਲੰਗਰ ਪਕਵਾ ਰਹੀਆਂ ਆ, ਕੋਈ ਕੁਛ ਕਰ ਰਿਹਾ, ਕੋਈ ਉੱਥੇ ਕੱਪੜੇ ਧੋ ਰਿਹਾ, ਕੋਈ ਕਿਸੇ ਤਰੀਕੇ ਦਾ ਸਹਿਯੋਗ ਕਰ ਰਿਹਾ, ਦਿੱਲੀ ਦੇ ਲੋਕ ਜਿਹੜੇ ਨੇ। ਪਰ ਅੱਜ ਦਾ ਟਾਈਮ ਇੱਦਾਂ ਦਾ ਕੀ ਹੋ ਗਿਆ ਕਿ 26 ਤਰੀਕ ਤੋਂ ਬਾਅਦ ਦੇਖਦੇ ਹਾਂ ਗਾਜ਼ੀਪੁਰ ਬਾਰਡਰ ਦੇ ਉੱਤੇ ਪਹਿਲਾਂ ਤਾਂ ਜਾ ਕੇ ਉੱਥੇ BJP ਦੇ ਜਿਹੜੇ ਵਿਧਾਇਕ ਸੀਗੇ ਉਹ ਪਹੁੰਚੇ ਆਪਣੇ ਸਮਰਥਕਾਂ ਦੇ ਨਾਲ। ਉੱਥੇ ਜਾ ਕੇ ਉਹਨਾਂ ਨੇ ਜੋ ਰਾਕੇਸ਼ ਟਕੈਤ ਜਿਹੜੇ ਉੱਥੇ ਦੀ ਅਗਵਾਈ ਕਰ ਰਹੇ ਆ ਕਿਸਾਨ ਨੇਤਾ, ਉਹਨਾਂ ਦੇ ਖਿਲਾਫ ਜੋ ਉੱਥੇ ਹੋਇਆ, ਜੋ ਵੀ ਉੱਥੇ ਦਾ ਮਾਹੌਲ ਬਣਿਆ, ਉਸ ਤੋਂ ਬਾਅਦ ਪ੍ਰਸ਼ਾਸਨ ਵੱਲੋਂ ਉੱਥੇ ਭਾਰੀ ਮਾਤਰਾ ਵਿੱਚ ਪ੍ਰਸ਼ਾਸਨ ਪਹੁੰਚਿਆ ਰਾਕੇਸ਼ ਟਕੈਤ ਨੂੰ ਅਰੈਸਟ ਕਰਨ ਦੇ ਲਈ। ਔਰ ਜਿਹਦੇ ਵਿੱਚ ਉਹਨਾਂ ਨੇ ਕਿਹਾ ਕਿ ਮੈਂ ਗ੍ਰਿਫਤਾਰੀ ਨਹੀਂ ਦੇਣੀ, ਮੈਂ ਗ੍ਰਿਫਤਾਰੀ ਨਹੀਂ ਦੇਵਾਂਗਾ, ਉਹਦੀ ਬਜਾਏ ਮੈਂ ਆਪਣੇ ਆਪ ਨੂੰ ਫਾਂਸੀ ਲਾ ਲੂੰਗਾ। ਪਰ ਉਹਨਾਂ ਦੀਆਂ ਵੀਡੀਓ ਦੇਖ ਕੇ ਲੋਕ ਉੱਥੇ ਜੁੜੇ। ਕੀ ਲੱਗਦਾ ਤੁਹਾਨੂੰ ਇੱਦਾਂ ਦਾ? ਅੱਜ ਦੀ ਅਗਰ ਗੱਲ ਕਰਦੇ ਹਾਂ, ਅੱਜ ਦੀਆਂ ਤਾਜ਼ੀਆਂ ਘਟਨਾਵਾਂ ਆ ਕਿ ਸਿੰਘੂ ਬਾਰਡਰ ਦੇ ਉੱਤੇ ਜਿਹੜੇ ਪਥਰਾਵ ਹੋ ਰਹੇ ਆ ਔਰ ਉੱਥੇ ਦਿਖਾਇਆ ਜਾ ਰਿਹਾ ਕਿ ਉੱਥੇ ਦੇ ਜਿਹੜੇ ਲੋਕ, ਉੱਥੇ ਦੇ ਵਸਿੰਦੇ ਆ, ਇਹ ਉਹ ਪਥਰਾਵ ਕਰ ਰਹੇ ਆ ਔਰ ਪ੍ਰਸ਼ਾਸਨ ਵੱਲੋਂ ਲਾਠੀਚਾਰਜ ਕੀਤਾ ਜਾ ਰਿਹਾ ਆ। ਕੀ ਲੱਗਦਾ ਤੁਹਾਨੂੰ ਇਹ ਸ਼ਾਂਤਮਈ ਮਾਹੌਲ ਦਾ ਜਿਹੜਾ ਇਹਦੇ ਵਿੱਚ ਇੱਕ ਝੜਪ ਹੋ ਰਹੀ ਆ, ਇਹਦੇ ਵਿੱਚ ਦੰਗੇ ਫੈਲ ਰਹੇ ਆ 26 ਤਰੀਕ ਤੋਂ ਹੁਣ ਤੱਕ ਉਹੀ ਮਾਹੌਲ ਬਣ ਰਿਹਾ? 26 ਤਰੀਕ ਨੂੰ ਵੀ ਪੁਲਿਸ ਵੱਲੋਂ ਆਂਸੂ ਗੈਸ ਦੇ ਗੋਲੇ ਛੱਡੇ ਗਏ। ਕਈ ਇਸੇ ਤਰੀਕੇ ਦੀਆਂ ਵੀਡੀਓ ਆਈਆਂ ਕਿ ਨਿਹੱਥੇ ਲੋਕ ਟਰਾਲੀਆਂ 'ਤੇ ਜਾ ਰਹੇ ਜਿਨ੍ਹਾਂ ਦੇ ਉੱਤੇ ਗੋਲੇਬਾਰੀ ਕੀਤੀ ਜਾ ਰਹੀ। ਤੁਹਾਡੇ ਕੁਐਸਚਨ ਕਿੰਨੇ ਹੀ ਆ ਗਏ ਜੀ। ਜਿਹੜਾ ਤੁਸੀਂ ਕੁਐਸਚਨ ਕੀਤਾ ਕਿ ਪਿਛਲੇ ਹੁਣ ਕਿਸਾਨਾਂ ਨੇ 60 ਦਿਨ ਤੋਂ ਉੱਥੇ ਬੈਠੇ ਆ ਜੀ, ਉਸ ਵੇਲੇ ਕੇਂਦਰ ਸਰਕਾਰ ਦੀ ਅੱਖ ਕਿਉਂ ਨਹੀਂ ਖੁੱਲ੍ਹੀ? ਕੇਂਦਰ ਸਰਕਾਰ ਉਹਨਾਂ ਕੋਲ ਕਿਉਂ ਨਹੀਂ ਗਈ? ਜਿਸ ਵੇਲੇ ਇੱਥੋਂ ਉਹ ਚੱਲ ਕੇ ਗਏ ਆ ਪੰਜਾਬ ਤੋਂ ਅਤੇ ਹਰਿਆਣਾ ਗੌਰਮੈਂਟ ਨੇ ਸੜਕਾਂ ਪੱਟੀਆਂ, ਕਿੰਨਾ ਜ਼ੁਲਮ ਕੀਤਾ, ਉਸ ਵੇਲੇ ਪਰਚੇ ਕਿਉਂ ਨਹੀਂ ਹਰਿਆਣੇ ਦੇ ਮੁੱਖ ਮੰਤਰੀ 'ਤੇ ਹੋਏ? ਉਸ ਵੇਲੇ ਕਿਉਂ ਨਹੀਂ ਆਵਾਜ਼ ਉਠਾਈ? ਉਸ ਵੇਲੇ ਸੁਪਰੀਮ ਕੋਰਟ ਕਿਉਂ ਨਹੀਂ ਬੋਲੀ? ਔਰ ਅੱਜ ਅਗਰ 60 ਦਿਨ ਆਰਾਮ ਨਾਲ ਬੈਠਣ ਤੋਂ ਬਾਅਦ ਉੱਥੋਂ ਦੇ ਲੋਕ ਉਹਨਾਂ ਦੇ ਨਾਲ ਆ, ਅੱਜ ਵੀ ਨਾਲ ਆ। ਇਹ ਜਿਹੜੇ ਬੰਦੇ ਅੱਜ ਦੰਗਾ ਕਰਨ ਵਾਸਤੇ ਆਏ ਆ, ਜਿਹੜੇ ਤਿਰੰਗਾ ਲੈ ਕੇ ਆਏ, ਤਿਰੰਗੇ ਕਾ ਅਪਮਾਨ ਨਹੀਂ ਸਹੇਗਾ ਹਿੰਦੁਸਤਾਨ। ਇਹ ਅੱਜ ਲੜਾਈ ਕਿਸ ਗੱਲ ਦੀ ਆ? ਲੜਾਈ ਹੈ ਹਿੰਦੁਸਤਾਨ ਔਰ ਭਾਰਤ ਦੀ। ਔਰ ਹਿੰਦੁਸਤਾਨ ਔਰ ਭਾਰਤ ਕਿਸ ਤਰੀਕੇ? ਭਾਰਤ ਦਾ ਜਿਹੜਾ ਕਨਸਟੀਟਿਊਸ਼ਨ ਬਾਬਾ ਸਾਹਿਬ ਡਾਕਟਰ ਅੰਬੇਦਕਰ ਨੇ ਲਿਖਿਆ, ਉਹਦੇ ਵਿੱਚ ਲਿਖਿਆ ਪ੍ਰੀਐਂਬਲ ਦੇ ਵੀ ਆਰ ਆਲ ਦਾ ਇੰਡੀਅਨ। ਹਿੰਦੀ ਦੇ ਵਿੱਚ ਉਹ 'ਚ ਲਿਖਿਆ ਅਸੀਂ ਸਾਰੇ ਭਾਰਤੀ ਹਾਂ। ਹਿੰਦੁਸਤਾਨ ਲਫ਼ਜ਼ ਹੀ ਹੈ ਨਹੀਂ। ਅਗਰ ਉਹ ਲੋਕ ਇਹ ਕਹਿ ਰਹੇ ਆ ਕਿ ਤਿਰੰਗੇ ਦਾ ਅਪਮਾਨ ਨਹੀਂ ਸਹੇਗਾ ਹਿੰਦੁਸਤਾਨ, ਤਾਂ ਹਿੰਦੁਸਤਾਨ 'ਚ ਜਾਣਾ ਹੈ ਨਾ, ਉੱਥੇ ਜਾ ਕੇ ਮਰਨ ਜਿੱਥੇ ਜਾਣਾ ਉਹਨਾਂ ਨੇ। ਫਿਰ ਉਹ ਭਾਰਤ ਦੇ ਵਿੱਚ ਆ ਕੇ ਦੰਗੇ ਕਿਉਂ ਕਰ ਰਹੇ?
ਜੇ ਉਹਨਾਂ ਨੂੰ ਹਿੰਦੁਸਤਾਨ ਚਾਹੀਦਾ, ਉਹ ਸੁਪਰੀਮ ਕੋਰਟ 'ਚ ਉਹਨਾਂ ਨੇ ਰਿਟ ਪਟੀਸ਼ਨ ਦਾਇਰ ਕੀਤੀ ਸੀ। ਸੁਪਰੀਮ ਕੋਰਟ ਦੇ ਚੀਫ ਜਸਟਿਸ ਨੇ ਉਹਨੂੰ ਰਿਜੈਕਟ ਕੀਤੀ ਕਿ ਭਾਰਤ ਦਾ ਨਾਂ ਨਹੀਂ ਬਦਲਿਆ ਜਾਊਗਾ, ਭਾਰਤ ਹੀ ਰਹੂਗਾ, ਹਿੰਦੁਸਤਾਨ ਨਹੀਂ ਕੀਤਾ ਜਾਊਗਾ। ਇਹਨਾਂ ਨੇ ਉਹ ਵੀ ਸਟੈਪ ਚੁੱਕਿਆ ਸੀ। ਅਗਰ ਅੱਜ ਇਹਨਾਂ ਨੂੰ ਤਕਲੀਫ ਆ ਭਾਰਤ ਤੋਂ, ਭਾਰਤ ਕਹਿਣ ਤੋਂ ਤਕਲੀਫ ਆ, ਤਾਂ ਜਿਹੜੇ ਹਿੰਦੁਸਤਾਨ ਕਹਿੰਦੇ ਉਹਨਾਂ 'ਤੇ ਦੇਸ਼ ਧਰੋਹ ਦਾ ਮੁਕੱਦਮਾ ਕਿਉਂ ਨਹੀਂ ਦਰਜ ਕਰਦੇ? ਆ ਜਿਹੜੇ 2.5 ਬੰਦੇ ਗਏ ਸੀ ਨਾ ਅੱਜ RSS ਦੇ BJP ਦੇ, ਉੱਥੇ ਜਾ ਕੇ ਇੱਟਾਂ ਬੱਟੇ ਪੱਥਰ, ਉਹਨਾਂ ਦੀ ਕੋਈ ਔਕਾਤ ਨਹੀਂ ਸੀ। ਇਹ ਉੱਥੋਂ ਦੀ ਜਿਹੜੀ ਫੋਰਸ ਆ, ਜਿਹੜੀ ਦਿੱਲੀ ਪੁਲਿਸ ਆ, ਉਹਨਾਂ ਨੂੰ ਕਹਿ ਕੇ ਭੇਜਿਆ ਗਿਆ, ਉਹਨਾਂ ਦੀ ਪ੍ਰੋਟੈਕਸ਼ਨ ਲਈ ਉਹ ਦਿੱਲੀ ਪੁਲਿਸ ਨਾਲ ਗਈ ਆ, ਪੈਰਾਮਿਲਟਰੀ ਫੋਰਸਿਸ ਗਈ ਆ। ਔਰ ਉਹ ਜਿਹੜੇ ਚੰਦ ਬੰਦੇ ਗਏ, ਉਹਨਾਂ ਨੇ ਅੱਜ ਮਸ਼ੀਨਾਂ ਤੋੜੀਆਂ, ਟੈਂਟ ਪੱਟੇ, ਸਾਰਾ ਕੁਛ ਕੀਤਾ, ਮਗਰ ਕਿਸੇ ਕਿਸਾਨ ਨੇ ਉਹਨਾਂ ਦੇ ਉੱਤੇ ਹੱਥ ਨਹੀਂ ਚੁੱਕਿਆ। ਔਰ ਜੇ ਚੁੱਕਣਾ ਹੁੰਦਾ ਤੇ ਨਿਹੰਗ ਸਿੰਘ ਜਥੇਬੰਦੀਆਂ ਬੈਠੀਆਂ, ਜੇ ਉਹ ਹੱਥ ਚੱਕ ਦਿੰਦੇ ਅੱਜ ਦੰਗੇ ਹੋ ਜਾਣੇ ਸੀ, ਮਗਰ ਉਹ ਅਮਨ ਸ਼ਾਂਤੀ ਨਾਲ ਬੈਠੇ ਰਹੇ। ਉਹਨਾਂ ਨੇ ਇੱਕ ਵੀ ਗੱਲ ਜਿਹੜੀ ਆ ਉਹਨਾਂ ਦੇ ਖਿਲਾਫ ਨਹੀਂ ਕੀਤੀ, ਮਗਰ ਉਹਨਾਂ ਦੇ ਇੱਟਾਂ ਬੱਟੇ ਵੀ ਖਾ ਲਏ, ਕੁੱਟ ਵੀ ਖਾ ਲਈ। ਮੁੜ ਕੇ ਉਹ ਕਹਿ ਵੀ ਗਏ ਵੀ ਕੱਲ੍ਹ ਨੂੰ ਅਸੀਂ 2 ਲੱਖ ਬੰਦਾ ਲੈ ਕੇ ਆਵਾਂਗੇ, ਤਾਂ ਫਿਰ ਪੰਜਾਬ ਚੂੜੀਆਂ ਪਾ ਕੇ ਬੈਠਾ ਤੇ ਸਾਰਾ ਪੰਜਾਬ ਦਿੱਲੀ ਪਹੁੰਚ ਜਾਊਗਾ, ਪੂਰਾ ਭਾਰਤ। ਦੇਖੋ, ਜਿਹੜਾ ਤੁਸੀਂ ਗਾਜ਼ੀਪੁਰ ਬਾਰਡਰ ਦੀ ਗੱਲ ਕੀਤੀ, ਕੱਲ੍ਹ ਅਸੀਂ ਬੰਦੇ ਉੱਥੇ ਘੱਟ, 26 ਜਨਵਰੀ ਦੀ ਪਰੇਡ, ਟਰੈਕਟਰ ਪਰੇਡ ਤੋਂ ਬਾਅਦ ਹਰ ਬੰਦਾ ਆਪੋ ਆਪਣੇ ਘਰਾਂ ਨੂੰ ਚਲੇ ਗਿਆ। ਕੱਲ੍ਹ ਜਿਸ ਵੇਲੇ ਰਾਕੇਸ਼ ਟਕੈਤ ਨੇ ਇਹ ਭਾਵਕ ਹੋ ਕੇ ਇਹ ਪ੍ਰੈਸ ਕਾਨਫਰੰਸ ਕੀਤੀ ਆ, ਉਸ ਤੋਂ ਬਾਅਦ ਰਾਤ ਨੂੰ ਸਾਰੇ ਕਿਸਾਨ ਆ ਗਏ ਤੇ ਸਵੇਰੇ ਪੁਲਿਸ ਦੌੜ ਗਈ ਉੱਥੋਂ। ਰਾਕੇਸ਼ ਟਕੈਤ ਨੂੰ ਫੜਨ ਵਾਸਤੇ ਪੁਲਿਸ ਗਈ ਸੀ ਕਿ ਉਹਦੀ ਅਰੈਸਟ ਪਾਉਣੀ ਆ ਤੇ ਇਹ ਇੱਥੋਂ ਧਰਨਾ ਚੁਕਾਉਣਾ। ਧਰਨਾ ਨਾ ਸਿੰਘੂ ਬਾਰਡਰ ਤੋਂ ਚੁੱਕ ਹੋਣਾ, ਨਾ ਟੀਕਰੀ ਬਾਰਡਰ ਤੋਂ ਚੁੱਕ ਹੋਣਾ, ਨਾ ਧਰਨਾ ਉੱਥੋਂ ਚੁੱਕ ਹੋਣਾ ਗਾਜ਼ੀਪੁਰ ਬਾਰਡਰ ਤੋਂ। ਅਗਰ ਇਹ ਦੰਗਾ ਫਸਾਦ ਕਰਨਗੇ, ਸੈਂਟਰ ਗੌਰਮੈਂਟ ਜ਼ਿੰਮੇਵਾਰ ਆ। ਔਰ ਅੱਜ ਵੀ ਜਿਹੜਾ ਸੋਸ਼ਲ ਮੀਡੀਆ ਦੇ ਉੱਤੇ ਜਿੰਨੀਆਂ ਵੀ ਫੋਟੋਆਂ ਵਾਇਰਲ ਹੋਈਆਂ, ਅੱਜ ਜਿਹੜੇ ਉਹ ਬੰਦੇ ਚੰਦ ਗਏ ਸੀ, ਜਿਹੜੇ ਕਹਿੰਦੇ ਅਸੀਂ ਇੱਥੇ ਲੋਕਲ, ਇੱਥੇ ਦੇ ਬਸ਼ਿੰਦੇ ਆ, ਲੋਕਲ ਬਸ਼ਿੰਦਾ ਤਾਂ ਕੋਈ ਵੀ ਨਹੀਂ ਆਇਆ। ਉਹਦੇ ਵਿੱਚ ਇੱਕ ਮੁੰਡਾ ਆ, ਉਹਦੀਆਂ ਅਲੱਗ-ਅਲੱਗ ਫੋਟੋਆਂ 'ਚ ਵਾਇਰਲ ਹੋਈਆਂ, ਹੋਮ ਮਿਨਿਸਟਰ ਦੇ ਨਾਲ ਉਹਦੀ ਫੋਟੋ ਆ। ਇਹਦਾ ਮਤਲਬ BJP ਖੁਦ ਕਰਵਾ ਰਹੀ ਆ ਦੰਗੇ। BJP ਨਹੀਂ ਚਾਹੁੰਦੀ ਕਿ ਕਿਸਾਨ ਇੱਥੇ ਬੈਠੇ ਰਹਿਣ, ਕਿਸਾਨ ਉੱਠ ਕੇ ਚਲੇ ਜਾਣ, ਕਿਉਂਕਿ ਕਿਸਾਨ ਵਿਰੋਧੀ ਜਿਹੜੇ 3 ਆਰਡੀਨੈਂਸ ਬਿੱਲ ਪਾਸ ਕੀਤੇ ਆ, ਉਹ BJP ਵਾਪਸ ਨਹੀਂ ਲੈਣਾ ਚਾਹੁੰਦੀ। ਤੁਹਾਨੂੰ ਕੀ ਲੱਗਦਾ ਕਿਉਂ ਨਹੀਂ ਇਹ ਬਿੱਲ ਵਾਪਸ ਲੈਣਾ ਚਾਹੁੰਦੇ? ਕਿਉਂਕਿ ਦੇਖੋ, ਅਗਰ ਪ੍ਰਧਾਨ ਮੰਤਰੀ ਜੋ ਆ, ਇਹ ਦੇਸ਼ ਦੇ ਤਰੱਕੀ ਲਈ, ਵਿਕਾਸ ਲਈ ਆ, ਔਰ ਜਿਹੜੇ ਲੋਕ ਉੱਥੇ ਬੈਠੇ ਉਹ ਖੁਦ ਕਹਿ ਰਹੇ ਆ ਕਿ ਸਾਡੇ ਵਿਕਾਸ ਲਈ ਜਾਂ ਸਾਡੀ ਤਰੱਕੀ ਲਈ ਬਿੱਲ ਨਹੀਂ ਆ, ਉਹ ਨਹੀਂ ਐਕਸੈਪਟ ਕਰ ਰਹੇ, ਤੇ ਸਰਕਾਰ ਨੂੰ ਕੀ ਲੱਗਦਾ ਕਿਉਂ ਨਹੀਂ ਬਿੱਲ ਵਾਪਸ ਲੈਣਾ ਚਾਹੁੰਦੇ? ਸਰਕਾਰ ਜਿਹੜੀ ਆ ਕਾਰਪੋਰੇਟ ਘਰਾਣਿਆਂ ਕੋਲ ਵਿਕੀ ਆ। ਤੁਸੀਂ ਇੱਕ ਥੋੜ੍ਹੇ ਦਿਨ ਪਹਿਲਾਂ ਇੱਕ ਵੀਡੀਓ ਦੇਖੀ ਹੋਊਗੀ ਕਿ ਇਹਨਾਂ ਨੇ ਤਾਂ ਲਾਲ ਕਿਲ੍ਹਾ ਵੀ ਵੇਚਿਆ। ਕਿਸੇ ਨੂੰ ਪਤਾ ਇਸ ਗੱਲ ਦਾ? ਭਾਰਤ ਦੀ ਜਨਤਾ ਨੂੰ ਇੰਨੀ ਗੱਲ ਹੀ ਨਹੀਂ ਪਤਾ ਕਿ ਲਾਲ ਕਿਲ੍ਹਾ ਨਰਿੰਦਰ ਮੋਦੀ ਨੇ ਇਹ ਡਾਲਮੀਆਂ ਔਰ ਬਿਰਲੇ ਨੂੰ, ਇਹਨਾਂ ਦੋਨਾਂ ਨੂੰ ਵੇਚਿਆ ਆ। ਇਹ 25 ਕਰੋੜ ਰੁਪਏ ਦੇ ਵਿੱਚ ਲਾਲ ਕਿਲ੍ਹਾ ਵੇਚ ਦਿੱਤਾ। ਤੇ ਜੇ 25 ਕਰੋੜ ਰੁਪਏ ਦੇ ਵਿੱਚ ਲਾਲ ਕਿਲ੍ਹਾ ਇਹਨਾਂ ਨੇ 2 ਬੰਦੇ ਕਾਰਪੋਰੇਟ ਸੈਕਟਰ ਨੂੰ ਵੇਚ ਦਿੱਤਾ, ਔਰ ਉਹਦੀ ਆਮਦਨ ਜਿਹੜੀ ਆ ਉਹ ਕਾਰਪੋਰੇਟ ਸੈਕਟਰ ਲੈ ਰਿਹਾ, ਤੇ ਉਹਦੇ ਉੱਤੇ ਤਿਰੰਗਾ ਲੱਗਾ, ਜੇ ਉਹਦੇ ਉੱਤੇ ਸਿੰਘਾਂ ਨੇ ਆਪਣਾ ਝੰਡਾ ਲਾਤਾ, ਨਿਸ਼ਾਨ ਸਾਹਿਬ, ਤਾਂ ਫਿਰ ਕਿਹੜਾ ਉਹਨਾਂ ਨੇ ਗੁਨਾਹ ਕਰ ਦਿੱਤਾ ਬਈ? ਨੰਬਰ 1। ਨੰਬਰ 2 ਤੇ ਇਹ ਪ੍ਰਧਾਨ ਮੰਤਰੀ ਨੇ ਪੂਰਾ ਦੇਸ਼ ਵੇਚ ਦਿੱਤਾ। ਉਹਨੇ ਕਿਹਾ ਕਿ ਮੈਂ ਦੇਸ਼ ਵਿਕਣੇ ਨਹੀਂ ਦਊਂਗਾ। ਛੱਡਿਆ ਕੀ ਆ? ਸਾਰਾ ਕੁਝ ਵੇਚ ਦਿੱਤਾ। ਉਹਨਾਂ ਨੇ ਸਾਰੀਆਂ ਇੰਡਸਟਰੀਆਂ ਵੇਚ ਦਿੱਤੀਆਂ, BSNL, MTNL ਕੰਪਨੀਆਂ, ਇੰਡੀਅਨ ਰੇਲਵੇ ਵੇਚ ਦਿੱਤੀ, ਏਵੀਏਸ਼ਨ ਡਿਪਾਰਟਮੈਂਟ, ਏਅਰਪੋਰਟ, ਸਭ ਕੁਝ ਵੇਚ ਦਿੱਤਾ। ਰਹਿ ਕੀ ਗਿਆ? ਇੱਕ ਐਗਰੀਕਲਚਰ ਸੈਕਟਰ ਰਹਿ ਗਿਆ ਸੀ। ਇਹ 12,000 ਕਰੋੜ ਰੁਪਏ ਦਾ ਸਭ ਤੋਂ ਵੱਡਾ ਰੈਵਨਿਊ ਵਾਲਾ ਇਹ ਸੈਕਟਰ ਆ, ਔਰ ਇਸ ਸੈਕਟਰ ਨੂੰ ਇਹਨਾਂ ਨੇ ਵੇਚਿਆ 5 ਬੰਦਿਆਂ ਨੂੰ। 5 ਕਾਰਪੋਰੇਟ ਘਰਾਣੇ ਆ, ਤਕੜੇ ਅਮੀਰ ਆ, ਔਰ ਉਹਨਾਂ ਤੋਂ ਇਹ ਪੈਸਾ ਲੈ ਚੁੱਕੇ। ਪੰਜਾਬ ਔਰ ਹਰਿਆਣੇ ਦੇ ਵਿੱਚ ਇਹ ਆਪਣੇ ਸੈਲੋ ਬਣਾ ਕੇ ਉੱਥੇ ਗਡਾਊਨ ਬਣਾ ਚੁੱਕੇ ਆ, ਔਰ ਨਵੀਂ ਟੈਕਨੀਕ ਦੀ ਮਸ਼ੀਨਰੀ ਲਾ ਚੁੱਕੇ ਆ। ਔਰ ਜੇ ਅੱਜ ਇਹ ਬਿੱਲ ਵਾਪਸ ਹੁੰਦੇ ਆ ਤਾਂ ਉਹਨਾਂ ਦਾ ਪੈਸਾ ਜਿਹੜਾ ਅਰਬਾਂ ਖਰਬਾਂ ਰੁਪਈਆ ਲੱਗਾ, ਉਹ ਸਾਰਾ ਵੇਸਟ ਜਾਣਾ। ਇਸ ਕਰਕੇ ਕਾਰਪੋਰੇਟ ਘਰਾਣੇ ਜਿਹੜੇ ਆ, ਅੰਬਾਨੀ, ਅਡਾਨੀ, ਬਿਰਲਾ ਔਰ WhatsApp ਦਾ ਮਾਲਕ ਔਰ ਗੂਗਲ ਦਾ ਮਾਲਕ, ਇਹਨਾਂ ਨੇ ਜਿਹੜਾ ਪੈਸਾ ਇਨਵੈਸਟ ਕੀਤਾ, ਉਹ ਉਹਨਾਂ ਦੇ ਹੁਣ ਛਿੱਤਰਾਂ ਤੋਂ ਡਰਦੇ ਆ ਬਈ ਇਹ ਕਿਤੇ ਕੱਲ੍ਹ ਨੂੰ ਜੁੱਤੀਆਂ ਨਾ ਸਾਡੇ ਮਾਰਨ। ਇਸ ਕਰਕੇ ਪ੍ਰਧਾਨ ਮੰਤਰੀ ਇਹ ਬਿੱਲ ਵਾਪਸ ਨਹੀਂ ਲੈ ਰਿਹਾ। ਪਹਿਲਾ ਪ੍ਰਧਾਨ ਮੰਤਰੀ ਆ ਜਿਹੜਾ ਇਹ ਕਿਸਾਨਾਂ ਦੇ ਵਿਰੋਧ 'ਚ ਜਾ ਰਿਹਾ। ਅਟਲ ਬਿਹਾਰੀ ਵਾਜਪਾਈ ਸਾਹਿਬ BJP ਦੇ ਨਹੀਂ ਸੀ, ਸਤਿਕਾਰਯੋਗ ਲੀਡਰ ਹੈ, ਅੱਜ ਸਾਰਾ ਦੇਸ਼ ਉਹਨਾਂ ਨੂੰ ਨਤਮਸਤਕ ਹੁੰਦਾ। ਮਗਰ ਜਿਸ ਵੇਲੇ ਉਹ ਪ੍ਰਾਈਮ ਮਿਨਿਸਟਰ ਆਫ ਇੰਡੀਆ ਬਣੇ, ਭਾਰਤ ਦੇ ਪ੍ਰਧਾਨ ਮੰਤਰੀ ਬਣੇ, ਉਹਨਾਂ ਨੇ ਕਦੇ ਵੀ
ਕਿਸੇ ਕਿਸਾਨ, ਮਜ਼ਦੂਰ, ਮੁਲਾਜ਼ਮ, ਵਪਾਰੀ, ਸਨਅਤਕਾਰ, ਦੁਕਾਨਦਾਰ, ਰੇਹੜੀ ਵਾਲਾ, ਖੋਖੇ ਵਾਲਾ, ਕੋਈ ਵਰਗ ਲੈ ਲਓ, ਉਹਨਾਂ ਦੇ ਅਗੇਂਸਟ ਕੋਈ ਕੰਮ ਨਹੀਂ ਕੀਤਾ ਸੀ। ਚਾਹੇ ਉਹ ਕਿਸਾਨ ਸੀ ਤਾਂ ਉਸ ਵੇਲੇ ਮੰਡੀਆਂ ਵੀ ਬਹਾਲ ਸੀ, ਕਿਸਾਨ ਵੀ ਖੁਸ਼ਹਾਲ ਸੀ, MSP ਵੀ ਉਹ ਲਾਗੂ ਸੀ, ਔਰ ਹਰ ਚੀਜ਼ ਉਹ ਸਰਕਾਰ ਜਿਹੜੀ ਚੱਕਣ ਦੀ ਵਚਨਬੱਧ ਸੀ। ਮਗਰ ਇਸ ਬੰਦੇ ਨੇ ਤਾਂ ਬੇੜਾ ਗਰਕ ਕਰਕੇ ਰੱਖ ਦਿੱਤਾ। ਹੁਣ ਜਦੋਂ ਦੇਖਿਆ ਵੀ ਕੁਛ ਨਹੀਂ ਮੇਰੀ ਚੱਲ ਰਹੀ, ਤੇ ਮੈਂ ਸ਼ਾਮ ਦਾਮ ਦੰਡ ਭੇਦ ਭਾਵ ਸਾਰੇ ਯੂਜ਼ ਕਰ ਲਏ। ਹੁਣ ਦੰਗਿਆਂ ਤੇ ਉਤਰੇ ਆਏ। ਹੁਣ ਕਿਉਂਕਿ ਪਾਵਰ ਹੈ ਉਹਨਾਂ ਦੇ ਕੋਲ, ਪੈਰਾਮਿਲਟਰੀ ਫੋਰਸ ਉਹਨਾਂ ਕੋਲ, CRPF ਉਹਨਾਂ ਕੋਲ, ਦਿੱਲੀ ਪੁਲਿਸ ਉਹਨਾਂ ਕੋਲ, ਫਿਰ ਮਿਲਟਰੀ ਉਹਨਾਂ ਕੋਲ, ਕਿਹੜਾ ਡਿਪਾਰਟਮੈਂਟ ਹੈ ਜਿਹੜਾ ਨਹੀਂ। ਅੱਜ ਉਹਨਾਂ ਦੇ ਕੋਲ ਪਾਵਰ ਆ, ਔਰ ਪਾਵਰ ਨੂੰ ਉਹ ਯੂਜ਼ ਕਰਕੇ ਉਹ ਅਗਰ ਕਿਸਾਨਾਂ ਦੇ ਉੱਤੇ ਜ਼ੁਲਮ ਕਰਨਗੇ, ਤੁਸੀਂ ਕੀ ਸਮਝਦੇ ਆ ਵੀ ਫਿਰ ਦੇਸ਼ ਜਿਹੜਾ ਉਹ ਚੁੱਪ ਕਰਕੇ ਬੈਠਾ ਰਹੂ? ਪੂਰਾ ਭਾਰਤ ਦੇਸ਼ ਜਾਤੀਵਾਦ ਤੋਂ ਉੱਪਰ ਉੱਠ ਕੇ ਕਿਸਾਨਾਂ ਦੀ ਪਿੱਠ 'ਤੇ ਖੜਾ। ਅਗਰ ਉਹ ਕਿਸਾਨਾਂ ਦੇ ਉੱਤੇ ਜ਼ੁਲਮ ਕਰਨਗੇ ਤਾਂ ਚਾਹੇ ਉਹ ਹਿੰਦੂ ਆ, ਮੁਸਲਮਾਨ ਆ, ਸਿੱਖ ਆ, ਈਸਾਈ ਆ, ਬੁੱਧਿਸਟ ਆ, ਪਾਰਸੀ ਆ, ਜੈਨੀ ਆ, ਕਿਸੇ ਵੀ ਧਰਮ ਔਰ ਮਜ਼ਹਬ ਦੇ ਨਾਲ ਉਹ ਬਿਲੋਂਗ ਕਿਉਂ ਨਹੀਂ ਕਰਦੇ, ਮਗਰ ਉਹਨਾਂ ਦੀ ਮੂਵਮੈਂਟ ਨੂੰ ਕਦੇ ਵੀ ਇਹ ਕ੍ਰਸ਼ ਨਹੀਂ ਕਰ ਪਾਓਗੇ। ਦੇਸ਼ ਦਾ ਸੱਤਿਆਨਾਸ਼ ਹੋ ਜਾਊਗਾ ਜੇ ਨਰਿੰਦਰ ਮੋਦੀ ਅਗਰ ਗਲਤ ਸਟੈਪ ਚੁੱਕੂਗਾ। ਅੱਜ ਦੇ ਟਾਈਮ ਦੇ ਵਿੱਚ ਗੱਲ ਕਰਦੇ ਆ, ਦੀਪ ਸਿੱਧੂ ਔਰ ਲੱਖਾ ਸਿਧਾਣਾ ਦਾ ਵਿਰੋਧ ਕੀਤਾ ਜਾ ਰਿਹਾ ਆ। ਕਿਸਾਨ ਜਥੇਬੰਦੀਆਂ ਇਹਨਾਂ ਦੇ ਵਿਰੋਧ ਦੇ ਵਿੱਚ ਆ ਰਹੀਆਂ ਆ, ਔਰ ਦੀਪ ਸਿੱਧੂ ਨੇ ਵੀ ਲਾਈਵ ਹੋ ਕੇ ਕਿਹਾ ਕਿ ਕਿਤੇ ਨਾ ਕਿਤੇ ਸਰਕਾਰ ਜਿਹੜੀ ਆ ਉਹ ਆਪਣੇ ਮਕਸਦ ਦੇ ਵਿੱਚ ਕਾਮਯਾਬ ਹੋ ਰਹੀ ਹੈ। ਟੁਕੜੇ ਟੁਕੜੇ ਇਹਨਾਂ ਨੇ ਕਰਨਾ ਸੀ ਔਰ ਇਹ ਕਰਨ ਦੇ ਵਿੱਚ ਕਾਮਯਾਬ ਹੋ ਰਹੇ ਆ, ਕਿਉਂਕਿ ਦੀਪ ਸਿੱਧੂ ਵੀ ਅੱਜ ਅਲੱਗ ਕੀਤਾ ਜਾ ਰਿਹਾ, ਲੱਖੇ ਸਿਧਾਣੇ ਨੂੰ ਅਲੱਗ ਕੀਤਾ ਜਾ ਰਿਹਾ, ਕਿਸਾਨ ਜਥੇਬੰਦੀਆਂ 'ਤੇ ਵੀ ਪਰਚੇ ਹੋ ਰਹੇ ਆ। ਕਿਸ ਨਜ਼ਰੀਏ ਨਾਲ ਦੇਖਦੇ ਤੁਸੀਂ ਇਸ ਚੀਜ਼ ਨੂੰ? ਦੇਖੋ, ਦੀਪ ਸਿੱਧੂ ਤੇ ਲੱਖੇ ਸਿਧਾਣੇ ਦਾ ਉੱਪਰ ਦੀਪ ਸਿੱਧੂ 'ਤੇ ਤਾਂ ਪਰਚਾ ਕੋਈ ਨਹੀਂ ਹੋਇਆ। ਜਿਹੜੇ ਕਿਸਾਨ ਜਥੇਬੰਦੀਆਂ ਦੇ ਆਗੂ ਆ ਉਹਨਾਂ ਦੇ ਉੱਤੇ ਪਰਚੇ ਹੋਏ ਆ। ਹੁਣ ਉਦੋਂ ਬਾਅਦ 'ਚ ਦੀਪ ਸਿੱਧੂ ਦੇ ਨੂੰ ਫਰੇਮ ਕਰ ਲਿਆ ਹੋਊਗਾ ਤਾਂ ਮੈਨੂੰ ਪਤਾ ਨਹੀਂ। ਸੈਕੰਡ ਗੱਲ ਇਹ ਹੈ ਕਿ ਦੀਪ ਸਿੱਧੂ ਔਰ ਲੱਖਾ ਸਿਧਾਣਾ ਇਹਨਾਂ ਨੂੰ ਕਿਸਾਨ ਜਥੇਬੰਦੀਆਂ ਨਾਲ ਮਿਲ ਕੇ ਚੱਲਣਾ ਚਾਹੀਦਾ ਸੀ, ਉਹਨਾਂ ਦਾ ਹੁਕਮ ਮੰਨ ਕੇ ਚੱਲਦੇ, ਔਰ ਇਹ ਜਿਹੜਾ ਯੂਥ ਸੀ ਇਹਨੂੰ ਮੋਬਿਲਾਈਜ਼ ਕਰਦੇ ਸਹੀ ਢੰਗ ਨਾਲ, ਤਾਂ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ 'ਚ ਇੱਕ ਨਵਾਂ ਜਿਹੜਾ ਸਟੇਟਸ ਸੀ ਇਹ ਪੋਲੀਟੀਕਲੀ ਉਹ ਤੁਹਾਡੇ ਸਾਹਮਣੇ ਪਿਕਚਰ ਕਲੀਅਰ ਹੋ ਜਾਣੀ ਸੀ। ਮਗਰ ਇਹਨਾਂ ਦੋਨਾਂ ਬੰਦਿਆਂ ਨੇ ਨਿੱਜੀ ਆਪਣੀ ਚੌਧਰ ਦੀ ਖਾਤਰ ਇਹਨਾਂ ਨੇ ਕਿਸਾਨ ਅੰਦੋਲਨ ਨੂੰ ਕਿਸੇ ਹੋਰ ਰੰਗ ਦੇ ਵਿੱਚ ਰੰਗ ਦਿੱਤਾ। ਹਾਲਾਂਕਿ ਲੱਖੇ ਸਿਧਾਣੇ ਦਾ ਤਾਂ ਇੱਥੋਂ ਤੱਕ ਮੈਂ ਸੁਣਿਆ ਕਿ ਉਹਨੇ ਫਿਰ ਵੀ ਮੋਬਿਲਾਈਜ਼ ਕਰਨ ਦੀ ਕੋਸ਼ਿਸ਼ ਕੀਤੀ ਆ। ਜਦੋਂ ਕਿਸਾਨਾਂ ਨੇ ਕਹਿ ਦਿੱਤਾ ਕਿ ਸਵੇਰੇ 10 ਵਜੇ ਆਪਾਂ ਟਰੈਕਟਰ ਪਰੇਡ ਲੈ ਕੇ ਚੱਲਣਾ, ਫਿਰ 7 ਵਜੇ ਚੱਲਣ ਦੀ ਕੀ ਲੋੜ ਸੀ? ਫਿਰ ਦੀਪ ਸਿੱਧੂ ਸਭ ਤੋਂ ਪਹਿਲਾਂ ਲਾਲ ਕਿਲ੍ਹੇ ਦੇ ਮੂਹਰੇ ਜਾ ਕੇ, ਪਿੱਛੇ ਪੁਲਿਸ ਸੀ ਅਤੇ ਲਾਲ ਕਿਲ੍ਹੇ ਦੇ ਉੱਥੇ ਜਾ ਕੇ ਨਿਸ਼ਾਨ ਸਾਹਿਬ ਚੱਕ ਕੇ ਖੜ੍ਹਾ ਸੀ, ਉਹ ਫੋਟੋ ਪਾਉਣ ਦੀ ਕੀ ਲੋੜ ਸੀ? ਫਿਰ ਦੀਪ ਸਿੱਧੂ ਪ੍ਰੀ ਪਲੈਨਡ ਤਰੀਕੇ ਦੇ ਨਾਲ, ਕਿਉਂਕਿ ਇਹਦੇ ਨਾਲ ਸਿਮਰਨਜੀਤ ਸਿੰਘ ਮਾਨ ਉਸ ਦਲ ਦੇ ਜਿਹੜੇ ਕਿਸਾਨ ਆਗੂ ਸੀ ਉਹ ਨਾਲ ਸੀ, ਜਾਂ ਹੋਰ ਬੰਦੇ ਜਿਨ੍ਹਾਂ ਨੂੰ ਇਹ ਭੜਕਾ ਕੇ ਲੈ ਕੇ ਗਏ ਉਹ ਉੱਥੇ ਚਲੇ ਗਏ, ਔਰ ਉਸ ਵੇਲੇ ਉਹਨਾਂ ਨੇ ਨਿਸ਼ਾਨ ਸਾਹਿਬ ਉੱਥੇ ਚੜ੍ਹਾਤਾ। ਚਲੋ ਉਹ ਵੀ ਅਸੀਂ ਮੰਨ ਲਿਆ, ਨਿਸ਼ਾਨ ਸਾਹਿਬ ਚੜ੍ਹਾਤਾ, ਪਰ ਤਿਰੰਗੇ ਦਾ ਤਾਂ ਅਪਮਾਨ ਨਹੀਂ ਨਾ ਕੀਤਾ। ਇਹਦੇ ਵਿੱਚ ਇੱਕ ਸਵਾਲ ਇਹ ਵੀ ਆ ਕਿ ਜਿਹੜੇ ਉੱਥੇ ਕੁਝ ਸਿਆਣੇ ਬਜ਼ੁਰਗ ਸੀਗੇ, ਬਜ਼ੁਰਗ ਥੱਲੋਂ ਉਹਨਾਂ ਨੂੰ ਇਸ਼ਾਰੇ ਕਰ ਰਹੇ ਆ ਕਿ ਨਹੀਂ ਬਈ ਆਹ ਕੰਮ ਨਾ ਕਰੋ, ਔਰ ਉੱਥੇ ਦੂਸਰੀ ਸਾਈਡ ਨਿਸ਼ਾਨ ਸਾਹਿਬ ਚੜ੍ਹਾਇਆ ਜਾ ਰਿਹਾ। ਕੀ ਲੱਗਦਾ ਕੀ ਹੋ ਰਿਹਾ ਸੀ ਉਸ ਟਾਈਮ ਦਾ, ਕੀ ਮਾਹੌਲ? ਮੈਂ ਇਹ ਕਹਿ ਰਿਹਾ ਕਿ ਦੀਪ ਸਿੱਧੂ, ਚਲੋ ਲੱਖਾ ਸਿਧਾਣਾ ਉੱਥੇ ਨਹੀਂ ਗਿਆ, ਦੀਪ ਸਿੱਧੂ ਤਾਂ ਉੱਥੇ ਗਿਆ। ਜੇ ਦੀਪ ਸਿੱਧੂ ਨੇ ਨਿਸ਼ਾਨ ਸਾਹਿਬ ਚੜ੍ਹਾਉਣਾ ਸੀ, ਜੇ ਉਹਨੇ ਚੱਕ ਚਕਾ ਕੇ ਕਹਿ ਕੇ ਚੜ੍ਹਵਾ ਦਿੱਤਾ, ਕਿਸੇ ਨੂੰ ਉਹਨੇ ਨਹੀਂ ਸੁਣਿਆ, ਨਹੀਂ ਦੇਖਿਆ, ਫਿਰ ਇਹਨੂੰ ਭੱਜਣ ਦੀ ਕੀ ਲੋੜ ਸੀ? ਇਹ ਉੱਥੋਂ ਆਪਣੀ ਲਾਸ਼ ਬਾਹਰ ਭੇਜਦਾ, ਫਿਰ ਉੱਥੇ ਦੀ ਪੁਲਿਸ ਇਹਦੇ 'ਤੇ ਡਾਂਗਾ ਮਾਰਦੀ, ਗੋਲੀ ਮਾਰਦੀ, ਜੋ ਮਰਜ਼ੀ ਕਰਦਾ, ਫਿਰ ਉੱਥੋਂ ਸ਼ਹੀਦ ਹੋ ਕੇ ਨਿਕਲਦਾ। ਇਹ ਤਾਂ ਮੋਟਰਸਾਈਕਲ ਲੈ ਕੇ ਦੌੜ ਗਿਆ। ਇਹਦਾ ਮਤਲਬ ਇਹ ਬੁਜ਼ਦਿਲ ਬੰਦਾ ਆ, ਇਹ ਬੇਵਕੂਫ ਬੰਦਾ ਆ, ਇਹਨੇ ਅੱਗ ਲਾਈ ਆ, ਔਰ ਇਹ ਅੱਗ ਲਾ ਕੇ ਇਹ ਰਾਤ ਨੂੰ 12 ਵਜੇ ਫਿਰ ਇਹ ਲੋਕਾਂ ਨੂੰ ਇਹ ਫੇਸਬੁੱਕ 'ਤੇ ਲਾਈਵ ਹੋ ਕੇ ਦੱਸਦਾ ਵੀ ਮੈਂ ਐਂ ਕਰ ਦੂੰ, ਮੈਂ ਫਲਾਨਾ ਕਰ ਦੂੰ। ਪੰਜਾਬ ਦੇ ਲੋਕ ਪਹਿਲਾਂ ਹੀ ਬਹੁਤ ਸੰਤਾਪ ਭੋਗ ਚੁੱਕੇ ਆ। ਅੱਤਵਾਦ ਦੇ ਦੌਰ 'ਚ ਬੇਗੁਨਾਹ ਆਪਣੇ ਘਰਾਂ ਦੇ ਚਿਰਾਗਾਂ ਨੂੰ ਬੁਝਾ ਚੁੱਕੇ ਆ। ਹੁਣ ਉਹੋ ਜਿਹੇ ਹਾਲਾਤ ਨਹੀਂ ਦੇਖਣਾ ਚਾਹੁੰਦੇ। 15 ਅਗਸਤ 1947 ਨੂੰ ਦੇਸ਼ ਆਜ਼ਾਦ ਹੋਇਆ। 37 ਸਾਲ ਬਾਅਦ 1984 'ਚ ਦੇਸ਼ ਦੇ ਅੰਦਰ ਬਰਬਾਦੀ ਹੋਈ, ਔਰ 1984 ਤੋਂ ਬਾਅਦ ਅੱਜ ਪੂਰੇ 37 ਸਾਲ ਵਿੱਚ ਜੋੜ ਲਓ ਤਾਂ 2021 ਬਣਦਾ। ਮੈਨੂੰ ਇਉਂ ਲੱਗਦਾ ਕਿ ਇਹਨਾਂ ਨੇ ਦੇਸ਼ ਦਾ ਔਰ ਸਮਾਜ ਦਾ ਔਰ ਸਿੱਖ ਕੌਮ ਦਾ ਔਰ ਸਾਰੇ ਭਾਈਚਾਰੇ ਦਾ ਇਹਨਾਂ ਨੇ ਬੇੜਾ ਗਰਕ ਕਰਨਾ। ਔਰ ਜਿਹੜੇ ਸ਼ਰਾਰਤੀ ਅਨਸਰ ਆ, ਜਿਹੜੇ ਕਿ ਮੌਜੂਦਾ ਕੇਂਦਰ ਸਰਕਾਰ ਦੇ ਹੱਥਾਂ ਵਿੱਚ ਖੇਲਣ ਵਾਲੇ ਲੋਕ
ਚੱਕਿਆ। ਇਹਨਾਂ ਨੇ ਕਿਸਾਨ ਮੂਵਮੈਂਟ ਦਾ ਵੀ ਸੱਤਿਆਨਾਸ਼ ਕਰ ਦਿੱਤਾ ਔਰ ਸਿੱਖ ਇਤਿਹਾਸ, ਸਿੱਖ ਕਲਚਰ ਦਾ ਵੀ ਇਹਨਾਂ ਨੇ ਸੱਤਿਆਨਾਸ਼ ਕਰਨ ਦਾ ਜਿਹੜਾ ਉਹ ਜੁਮਾ ਚੁੱਕਿਆ ਹੈ। ਮਗਰ ਫਿਰ ਵੀ ਮੈਂ ਸ਼ਾਬਾਸ਼ ਦਿੰਦਾ ਉਹਨਾਂ ਬਜ਼ੁਰਗਾਂ ਨੂੰ, ਆਪਣੇ ਛੋਟੇ ਬੱਚਿਆਂ ਨੂੰ, ਆਪਣੇ ਉਮਰ ਦੇ ਲੋਕਾਂ ਨੂੰ, ਮਾਤਾਵਾਂ ਭੈਣਾਂ ਨੂੰ, ਜਿਹੜੇ ਇੰਨਾ ਅੱਜ ਪੱਥਰਬਾਜ਼ੀ ਤੋਂ ਬਾਅਦ ਵੀ ਕੋਈ ਕਿਸਾਨ ਉਹਨਾਂ ਦੇ ਖਿਲਾਫ ਨਹੀਂ ਬੋਲਿਆ। ਪੁਲਿਸ ਨੇ ਉਹਨਾਂ ਦੇ ਉੱਤੇ ਪੱਥਰ ਚਲਾਏ, ਡਾਂਗਾਂ ਚਲਾਈਆਂ, ਉਹਨਾਂ ਦੇ ਉੱਤੇ ਜ਼ੁਲਮ ਕੀਤਾ। ANI ਦੀ ਤੁਸੀਂ ਨਿਊਜ਼ ਦੇਖ ਲਓ ਤੇ ਕਿੱਦਾਂ ਇੱਕ ਮੁੰਡੇ ਨੂੰ ਫੜ ਕੇ ਲਿਜਾ ਕੇ ਕਿੰਨਾ ਕੁੱਟਿਆ। ਉਹ ਜ਼ਿੰਦਗੀ ਔਰ ਮੌਤ ਦੀ ਉਹ ਲੜਾਈ ਲੜ ਰਿਹਾ ਹਸਪੀਟਲ ਦੇ ਵਿੱਚ। ਅਤੇ ਤੁਸੀਂ ਕੀ ਸਮਝਦੇ ਹੋ ਕਿ ਦੇਸ਼ ਦੇ ਅੰਦਰ ਦੇਸ਼ ਦਾ ਮਾਹੌਲ ਖਰਾਬ ਕਰਨਾ ਜਿਹੜਾ ਬੜਾ ਸੌਖਾ, ਮਗਰ ਇਹਨੂੰ ਨਿਪਟਾਉਣਾ ਬਹੁਤ ਔਖਾ। ਔਰ ਇਹਦੇ ਵਿੱਚ ਅੱਗੇ ਉਹ ਜਿਹੜੇ ਅੱਜ ਤੋਂ 30-35 ਸਾਲ ਪਹਿਲਾਂ ਜੋ ਕੁਛ ਹੋਇਆ, ਹਾਲੇ ਤੱਕ ਉਹੀ ਨਹੀਂ ਕਲੇਜੇ ਠੰਡੇ ਪਏ। ਉਹੀ ਸੁਪਰੀਮ ਕੋਰਟ, ਹਾਈ ਕੋਰਟਾਂ 'ਚੋਂ ਕਿਸੇ ਨੂੰ ਜਾਣੀ ਉਹਨਾਂ ਨੂੰ ਕੋਈ ਫੈਸਲੇ ਨਹੀਂ ਸੁਣਾਏ ਗਏ, ਉਹਨਾਂ ਦੇ ਮੱਲਮ ਨਹੀਂ ਹਾਲੇ ਤੱਕ ਜ਼ਖਮਾਂ 'ਤੇ ਲੱਗੀ। ਅਤੇ ਇਹੀ ਪ੍ਰਧਾਨ ਮੰਤਰੀ ਗੁਜਰਾਤ ਦੇ ਵਿੱਚ ਦੰਗੇ ਕਰਾਉਂਦਾ ਰਿਹਾ, ਉੱਥੇ ਦਾ ਮੁੱਖ ਮੰਤਰੀ ਬਣ ਕੇ। ਇਹੀ ਜਿਹੜਾ ਗ੍ਰਹਿ ਮੰਤਰੀ, ਜਿਹੜਾ ਇਹ ਤੜੀ ਪਾਰ ਅਮਿਤ ਸ਼ਾਹ, ਅੱਜ ਉਹ ਗ੍ਰਹਿ ਮੰਤਰੀ ਬਣ ਕੇ ਉਹੀ ਦੰਗਾਕਾਰੀ ਬਣ ਕੇ ਅਤੇ ਜ਼ੁਲਮ ਜਾਤੀ ਕਰ ਰਿਹਾ। ਇਹਨਾਂ ਦੇ ਵਿੱਚ ਕੋਈ ਅਨੁਸ਼ਾਸਨ ਨਾਂ ਦੀ ਕੋਈ ਚੀਜ਼ ਨਹੀਂ। ਅੱਜ ਪੂਰੇ ਵਰਲਡ ਦਾ UNO ਵੀ ਅੱਜ ਇਹਨਾਂ ਨੂੰ ਫਿੱਟ ਲਾਣ ਤਾਂ ਪਾ ਰਿਹਾ ਕਿ ਤੁਸੀਂ ਕਿਸਾਨਾਂ 'ਤੇ ਜ਼ੁਲਮ ਕਰ ਰਹੇ ਹੋ। ਅੱਜ ਸਾਰਾ ਮੀਡੀਆ ਦੇਸ਼ਾਂ ਵਿਦੇਸ਼ਾਂ ਦਾ ਟਰੈਕਟਰ ਪਰੇਡ ਨੂੰ ਕਵਰ ਅਪ ਕਰਨ ਵਾਸਤੇ ਆਇਆ ਔਰ ਟਰੈਕਟਰ ਪਰੇਡ ਨੂੰ ਕਵਰ ਅਪ ਕਰਕੇ ਉਹਨਾਂ ਨੇ ਵੀ ਭਾਰਤ ਸਰਕਾਰ ਨੂੰ ਕਿਹਾ ਕਿ ਤੁਸੀਂ ਇਹਨਾਂ ਨਾਲ ਇਨਜਸਟਿਸ ਕਰ ਰਹੇ ਹੋ। ਸੁਪਰੀਮ ਕੋਰਟ ਨੇ ਵੀ ਕਿਹਾ ਕਿ ਇਹ ਆਰਾਮ ਨਾਲ ਬੈਠੇ ਆ ਅਤੇ ਇਹਨਾਂ ਨੂੰ ਅਸੀਂ ਕੁਛ ਕਹਿ ਨਹੀਂ ਸਕਦੇ। ਉਸ ਆਰਾਮ ਨੂੰ ਭੰਗ ਕਰਨ ਵਾਸਤੇ ਇਹਨਾਂ ਨੇ ਸ਼ਰਾਰਤੀ ਅਨਸਰ ਭੇਜੇ ਆ ਤਾਂ ਜੋ ਕਿ ਸੁਪਰੀਮ ਕੋਰਟ 'ਚ ਸਰਕਾਰੀ ਵਕੀਲ ਕਹਿ ਸਕੇ ਕਿ ਦੇਖ ਲਓ ਜੀ, ਇਹਨਾਂ ਨੇ ਤਾਂ ਉੱਥੇ ਨਿਸ਼ਾਨ ਸਾਹਿਬ, ਜਿਹੜਾ ਉਹ ਨਿਸ਼ਾਨ ਸਾਹਿਬ ਤਾਂ ਇਹ ਕਹਿੰਦੇ ਨਹੀਂ, ਖਾਲਿਸਤਾਨੀ ਝੰਡਾ ਕਹਿੰਦੇ ਉਹਨੂੰ, ਇਹ ਵੀ ਇਹਨਾਂ ਨੇ ਉੱਥੇ ਝੰਡਾ ਲਹਿਰਾਇਆ। ਉਦੋਂ ਬਾਅਦ 'ਚ ਹੁਣ ਆ ਦੰਗੇ ਭੜਕਾ ਰਹੇ ਆ, ਜਦ ਕਿ ਕਿਸਾਨ ਅਮਨ ਔਰ ਸ਼ਾਂਤੀ ਨਾਲ ਬੈਠੇ ਆ। ਇਹ ਲੋਕ ਉਹਨਾਂ ਨੂੰ ਛੇੜ ਰਹੇ ਆ। ਤਾਂ ਫਿਰ ਜੇ ਇਹ ਛੇੜ ਨੂੰ ਨਹੀਂ ਹਟਣਗੇ, ਫਿਰ ਜੇ ਹਾਲਾਤ ਫਿਰ ਵਿਗੜਨਗੇ, ਉਹਦੇ ਵਿੱਚ ਤਾਂ ਦੋਨਾਂ ਧਿਰਾਂ ਦਾ ਫਿਰ ਨੁਕਸਾਨ ਹੋਣਾ, ਕਿਸੇ ਇੱਕ ਧਿਰ ਦਾ ਤਾਂ ਨੁਕਸਾਨ ਨਹੀਂ ਹੋਣਾ ਜੀ। ਸੋ ਲਾਸਟ ਦੇ ਵਿੱਚ ਗੁਰਾਇਆ ਸਾਹਿਬ, ਜੋ ਇਸ ਚੈਨਲ ਨੂੰ ਦਰਸ਼ਕ ਦੇਖਦੇ ਨੇ, ਤੁਸੀਂ ਇਸ ਅੰਦੋਲਨ ਨੂੰ ਦੇਖ ਰਹੇ ਹੋ ਕਰੀਬ ਸ਼ੁਰੂ ਤੋਂ, ਕੀ ਕਹਿਣਾ ਚਾਹੁੰਦੇ ਹੋ ਆਪਣੇ ਵੱਲੋਂ? ਮੈਂ ਤਾਂ ਜੀ ਇਸ ਅੰਦੋਲਨ ਦੇ ਵਿੱਚੋਂ ਬੜਾ ਕੁਝ ਸਿੱਖਿਆ ਵੀ ਆ ਔਰ ਮੈਂ ਸਿੱਖ ਵੀ ਰਿਹਾ। ਔਰ ਮੂਵਮੈਂਟਾਂ ਕਿੱਦਾਂ ਚੱਲਦੀਆਂ, ਕਿੱਥੇ ਕਿੱਥੇ ਮੂਵਮੈਂਟਾਂ ਬ੍ਰੇਕ ਹੁੰਦੀਆਂ, ਕਿੱਦਾਂ ਲੋਕ ਵਿੱਚ ਆ ਕੇ ਡਿੱਗਦੇ ਆ ਔਰ ਕਿੱਦਾਂ ਆ ਕੇ ਮੂਵਮੈਂਟ ਨੂੰ ਉਹ ਖਰਾਬ ਕਰਦੇ ਆ। ਇਹ ਜਿਹੜੇ ਵੱਡੇ ਅੰਦੋਲਨ ਹੁੰਦੇ ਤੁਹਾਡੇ ਇੱਕ ਜ਼ਿੰਦਗੀ ਦਾ ਸਬਕ ਬਣ ਜਾਂਦੇ ਆ ਅਤੇ ਤੁਸੀਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਉਹਨਾਂ ਚੀਜ਼ਾਂ ਤੋਂ ਸੁਚੇਤ ਕਰਕੇ ਜਾਂਦੇ ਹੋ। ਅਤੇ ਜਿੰਨੇ ਵੀ ਬਜ਼ੁਰਗ ਨੇ, ਚਾਹੇ ਉਹ ਉਗਰਾਹਾ ਸਾਹਿਬ ਨੇ, ਬਲਬੀਰ ਸਿੰਘ ਰਾਜੇਵਾਲ ਸਾਹਿਬ ਨੇ, ਚਾਹੇ ਉਹ ਡਾਕਟਰ ਦਰਸ਼ਨਪਾਲ ਜੀ ਨੇ, ਫਿਰ ਜੋਗਿੰਦਰ ਯਾਦਵ ਜੀ ਨੇ, ਜਾਂ ਹੋਰ ਬੰਦੇ, ਜਾਂ ਰਾਕੇਸ਼ ਟਕੈਤ ਜੀ ਨੇ, ਇਹਨਾਂ ਲੋਕਾਂ ਨੇ ਜਿਹੜੀਆਂ 40-42 ਜਥੇਬੰਦੀਆਂ ਇਕੱਠੀਆਂ ਹੋ ਕੇ ਇਹਨਾਂ ਨੇ ਇੱਕ ਪੈਨਲ ਤਿਆਰ ਕਰਕੇ ਜਿਹੜਾ ਅੰਦੋਲਨ ਚਲਾਇਆ ਸੀ, ਉਹ ਬਹੁਤ ਸਕਸੈਸ ਅੰਦੋਲਨ ਆ। ਉਹਦੇ ਵਿੱਚ ਜਦੋਂ ਹੁਣ ਦੇਖ ਲਿਆ ਕੇਂਦਰ ਸਰਕਾਰ ਨੇ ਇਹਨਾਂ ਦੇ ਨਾਲ ਮੀਟਿੰਗਾਂ ਕਰਕੇ ਵੀ ਕੋਈ ਹੱਲ ਨਹੀਂ ਨਿਕਲ ਰਿਹਾ, ਇਹ ਇੱਕੋ ਹੀ ਗੱਲ 'ਤੇ ਵੱਜਦੇ ਆ ਕਿ ਇਹ ਜਿਹੜੇ 3 ਬਿੱਲ ਵਾਪਸ ਲਓ। ਸਰਕਾਰ ਬਿੱਲ ਵਾਪਸ ਨਹੀਂ ਲੈਣਾ ਚਾਹੁੰਦੀ, ਸਰਕਾਰ ਬਿੱਲਾਂ ਨੂੰ ਰੋਕਣਾ ਚਾਹੁੰਦੀ ਆ। ਸਰਕਾਰ ਬਿੱਲਾਂ ਦੇ ਉੱਤੇ ਰੋਕ ਲਾ ਕੇ 2-3 ਸਾਲ ਬਾਅਦ ਫਿਰ ਦੁਬਾਰਾ ਇਹਨੂੰ ਰੀਓਪਨ ਕਰਨਾ ਚਾਹੁੰਦੀ ਆ। ਔਰ ਇਹ ਚੀਜ਼ਾਂ ਕਿਸਾਨਾਂ ਨੂੰ ਜਿਹੜੀਆਂ ਉਹ ਮਾਫਕ ਨਹੀਂ ਬੈਠਦੀਆਂ। ਇਸ ਕਰਕੇ ਕਿਸਾਨਾਂ ਨੇ ਕਿਹਾ ਕਿ 3 ਬਿੱਲ ਵਾਪਸ ਲਓਗੇ ਤਾਂ ਘਰਾਂ ਨੂੰ ਜਾਵਾਂਗੇ, ਨਹੀਂ ਤਾਂ ਇੱਥੋਂ ਸਾਡੀਆਂ ਅਰਥੀਆਂ ਜਾਣਗੀਆਂ। ਹੁਣ ਇਹ ਕਿਸਾਨਾਂ ਦੀਆਂ ਅਰਥੀਆਂ ਬਣਾ ਕੇ ਘਰਾਂ ਨੂੰ ਵਾਪਸ, ਜਿੱਦਾਂ ਕਿ 170 ਬੰਦੇ ਉੱਥੇ ਸ਼ਹੀਦ ਹੋ ਚੁੱਕੇ ਆ ਔਰ 170 ਲੋਕਾਂ ਦੀਆਂ ਅਰਥੀਆਂ ਜਿਹੜੀਆਂ ਘਰਾਂ 'ਚ ਆਈਆਂ, ਉਹਨਾਂ ਦੀ ਸਾਰ ਕਿਸੇ ਨੇ ਨਹੀਂ ਲਈ। ਹੁਣ ਕਿਸਾਨ ਜਦੋਂ ਮੋਹਰੇ ਆਗੂ ਹੁੰਦਾ ਨਾ, ਉਹ ਆਗੂ ਦਾ ਇਹ ਫਰਜ਼ ਹੁੰਦਾ ਕਿ ਇਸ ਅੰਦੋਲਨ ਨੂੰ ਲੈ ਕੇ ਚੱਲਣਾ, ਅਤੇ ਜੇ ਆਗੂ ਸਲਿੱਪ ਕਰ ਜਾਊਗਾ ਫਿਰ ਅੰਦੋਲਨ ਖਤਮ। ਇਸ ਕਰਕੇ ਆਗੂ ਆਪਣੇ ਡਿਸੀਜਨ 'ਤੇ ਖੜ੍ਹੇ ਆ, ਉਹਨਾਂ ਨੂੰ ਅਸੀਂ ਸਲਿਊਟ ਕਰਦੇ ਹਾਂ। ਮਗਰ ਸੈਂਟਰ ਗੌਰਮੈਂਟ ਨੂੰ ਚਾਹੀਦਾ ਕਿ ਪੂਰੇ ਦੇਸ਼ ਦੇ ਕਿਸਾਨਾਂ ਵਿੱਚ ਅੱਗ ਨਾ ਬਾਲੀ ਜਾਵੇ, ਇਸ ਅੱਗ ਨੂੰ ਠੰਡਾ ਕੀਤਾ ਜਾਵੇ, 3 ਆਰਡੀਨੈਂਸ ਬਿੱਲ ਵਾਪਸ ਲਏ ਜਾਣ ਔਰ ਵਾਪਸ ਲੈ ਕੇ ਕਿਸਾਨ ਆਪੋ ਆਪਣੇ ਘਰਾਂ ਨੂੰ ਆਉਣ ਅਤੇ ਦੇਸ਼ ਤਰੱਕੀ ਦੀਆਂ ਰਾਹਾਂ 'ਤੇ ਜਾਏ। ਇਹੀ ਮੇਰੀ ਗੁਰੂ ਨਾਨਕ ਸਾਹਿਬ ਦੇ ਚਰਨਾਂ 'ਚ ਅਰਦਾਸ ਹੈ, ਬੇਨਤੀ ਆ। ਔਰ ਮੈਂ ਆਵਾਮ ਨੂੰ ਕਹੂੰਗਾ ਕਿ ਫੈਨ ਡਾਕਟਰ ਅੰਬੇਦਕਰ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰੋ, ਤਾਂ ਜੋ ਕਿ ਤੁਹਾਡੇ ਕੋਲ ਸੱਚੀਆਂ ਔਰ ਚੰਗੀਆਂ ਔਰ
ਸੁਲਝੀਆਂ ਖਬਰਾਂ ਜਿਹੜੀਆਂ ਤੁਹਾਡੇ ਤੱਕ ਪਹੁੰਚਦੀਆਂ ਰਹਿਣ। ਔਰ ਤੁਹਾਡਾ ਸਭ ਦਾ ਮੈਂ ਬਹੁਤ ਬਹੁਤ ਧੰਨਵਾਦੀ ਹਾਂ। ਜੈ ਭੀਮ, ਜੈ ਭਾਰਤ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ। ਥੈਂਕ ਯੂ। ਥੈਂਕ ਯੂ ਜੀ, ਥੈਂਕ ਯੂ, ਧੰਨਵਾਦ। ਸੋ ਇਹ ਸਨ ਸਾਡੇ ਨਾਲ ਬਹੁਜਨ ਸਮਾਜ ਪਾਰਟੀ ਦੇ ਸਾਬਕਾ ਮੀਤ ਪ੍ਰਧਾਨ ਸ਼੍ਰੀ MP ਸਿੰਘ ਗਰਾਇਆ ਜੀ, ਜਿਨ੍ਹਾਂ ਨੇ ਕਿ ਇਸ 26 ਤਰੀਕ ਤੋਂ ਲੈ ਕੇ 26 ਜਨਵਰੀ ਤੋਂ ਲੈ ਕੇ ਅੱਜ 29 ਜਨਵਰੀ ਤੱਕ ਦਾ ਜੋ ਮਾਹੌਲ ਆ ਉਹਨੂੰ ਬਹੁਤ ਹੀ ਵਿਸਥਾਰ ਦੇ ਨਾਲ ਜੋ ਇਸ ਚੈਨਲ ਦੇ ਰਾਹੀਂ ਸਾਂਝਾ ਕੀਤਾ। ਮੈਂ ਹਰ ਵਾਰ ਇੱਕ ਗੱਲ ਕਹਿੰਦਾ ਹੁੰਦਾ, ਕਮੈਂਟਸ ਦੇ ਵਿੱਚ ਆਪਣੀ ਰਾਏ ਜ਼ਰੂਰ ਦਿਆ ਕਰੋ ਕਿ ਅਸੀਂ ਜੋ ਵੀ ਅਪਡੇਟ ਤੁਹਾਡੇ ਤੱਕ ਸਾਂਝੀ ਕਰਦੇ ਹਾਂ ਤੁਹਾਨੂੰ ਕਿਸ ਤਰੀਕੇ ਦੀ ਲੱਗਦੀ ਆ। ਸੋ ਨਵੀਆਂ ਖਬਰਾਂ ਦੇਖਣ ਦੇ ਲਈ ਚੈਨਲ ਨੂੰ ਲਾਈਕ ਕਰੋ, ਸ਼ੇਅਰ ਕਰੋ, ਸਬਸਕ੍ਰਾਈਬ ਕਰੋ, ਕਮੈਂਟ ਕਰੋ ਔਰ ਦਿਓ ਇਜਾਜ਼ਤ। ਧੰਨਵਾਦ।